ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੇ। ਪਤ ਝੋਲੀ ਮੰਗਣ ਕੈ ਤਾਈ, ਭਿਖਿਆ ਨਾਮ ਪੜੇ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਇੱਕ ਵਾਰ ਕੁਝ ਜੋਗੀ ਜੋਗ ਦੇ ਚਿੰਨ੍ਹ ਲੈ ਕੇ ਸਤਿਗੁਰਾਂ ਨੂੰ ਮਿਲੇ ਅਤੇ ਕਿਹਾ ਕਿ ਹੇ ਮਹਾਰਾਜ, ਤੁਸੀਂ ਇਹ ਜੋਗ ਦੇ ਚਿੰਨ੍ਹ ਧਾਰਨ ਕਰ ਲਵੋ। ਤਾਂ ਸਤਿਗੁਰਾਂ ਨੇ ਕਿਹਾ, ਹੇ ਸਿੱਧੋ, ਅਸੀਂ ਤਾਂ ਪਹਿਲਾਂ ਤੋਂ ਹੀ ਜੋਗ ਦੇ ਚਿੰਨ੍ਹ ਧਾਰਨ ਕੀਤੇ ਹੋਏ ਨੇ। ਅੱਗੋਂ ਸਿੱਧਾ ਨੇ ਕਿਹਾ ਕਿ ਤੁਹਾਡੇ ਪਾਸ ਚਿੰਨ੍ਹ ਤਾਂ ਕੋਈ ਦਿਸਦੇ ਨਹੀਂ, ਫਿਰ ਤੁਸੀਂ ਕਿਹੜੇ ਚਿੰਨ੍ਹ ਧਾਰਨ ਕੀਤੇ ਹੋਏ ਹਨ? ਤਾਂ ਸਤਿਗੁਰਾਂ ਨੇ ਕਿਹਾ ਕਿ ਜੋ ਅਸੀਂ ਚਿੰਨ੍ਹ ਧਾਰਨ ਕੀਤੇ ਨੇ, ਇਹ ਸ਼ਾਸਤਰਾਂ ਸਿਮਰਤੀਆਂ 'ਚ ਕਥਨ ਨਹੀਂ ਕੀਤੇ ਹੋਏ। ਜਿਹੜੇ ਤੁਸੀਂ ਬਾਹਰੀ ਚਿੰਨ੍ਹ ਸਾਨੂੰ ਧਾਰਨ ਕਰਨ ਲਈ ਕਹਿੰਦੇ ਹੋ, ਇਹ ਤਾਂ ਦੁੱਖਨ ਰੂਪ ਹਨ, ਪਰ ਅਸੀਂ ਇਹਨਾਂ ਨੂੰ ਭੁੱਖਨ ਰੂਪ ਕਰਕੇ ਕਥਨ ਕਰਦੇ ਹਾਂ। ਸੋ ਰਾਮਕਲੀ ਰਾਗ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਯੋਗ ਦੇ ਚਿੰਨ੍ਹਾਂ ਬਾਬਤ ਸਿੱਧਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਵੀ ਸਤਿਗੁਰਾਂ ਦੇ ਬਚਨ ਨੇ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧਿ ਅਵਰਾ ਸਾਧ, ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲਿਖੀ ਆਵੈ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਇਸ ਤੋਂ ਪਹਿਲੀ ਪੌੜੀ, ਮੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੈ ਬਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਇਹ ਵੀ
ਯੋਗ ਦੇ ਚਿੰਨ੍ਹਾਂ ਦੇ ਬਾਬਤ ਮਹਾਰਾਜ ਨੇ ਅੰਤਰੀ ਭਾਵ ਦੇ ਵਿੱਚ ਘਟਾਇਆ ਹੈ। ਅਸਲ ਦੇ ਵਿੱਚ ਜੋਗੇ ਕਾ ਮਾਰਗ ਬਿਖਮ ਹੈ ਜੋਗੀ। ਇਹ ਜੋਗੀ, ਯੋਗ ਦਾ ਰਸਤਾ ਬੜਾ ਕਠਿਨ ਹੈ। ਨਿਰਾ ਖਪਣੀ ਪਾ ਕੇ, ਡੰਡਾ ਫੜ ਕੇ, ਝੋਲੀ ਲੈ ਕੇ, ਖੱਪਰ ਦੇ ਵਿੱਚ ਮੰਗਣ ਚੜ੍ਹ ਕੇ ਜੋਗੀ ਨਹੀਂ ਤੂੰ ਅਖਵਾ ਸਕਦਾ। ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਕਹਿੰਦੇ ਨੇ ਜੋਗ ਨਾ ਭਗਵੀ ਕਪੜੀ, ਜੋਗ ਨਾ ਮੈਲੇ ਵੇਸ। ਗੇਰੂ ਰੰਗ ਦੇ ਕੱਪੜੇ ਪਾਉਣ ਨਾਲ ਤੂੰ ਜੋਗੀ ਨਹੀਂ ਹੋ ਸਕਦਾ, ਜਾਂ ਮੈਲੀ ਕੁਚੈਲੀ ਪਾਟੀਆਂ ਲੀਰਾਂ ਵਾਲੀ ਖਪਣੀ ਪਾ ਕੇ ਵੀ ਤੂੰ ਜੋਗੀ ਨਹੀਂ ਬਣ ਸਕਦਾ। ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਤੂੰ ਘਰ ਬੈਠ ਕੇ ਹੀ ਜੋਗ ਦੀ ਪ੍ਰਾਪਤੀ ਕਰ ਸਕਦਾ ਹੈ। ਜੇ ਤੂੰ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰੇ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਪਸਮ ਚੜਾਈ ਹੈ, ਜੋਗ ਨਾ ਮੁੰਦੀ ਮੂੰਡ ਮੰਡਾਈ ਹੈ, ਜੋਗ ਨਾ ਸਿੰਘੀ ਵਾਈ ਹੈ। ਅੰਜਨ ਮਾਹੀ ਨਿਰੰਜਨ ਰਹੀ ਹੈ, ਜੋਗ ਜੁਗ ਤੇ ਪਾਈ ਹੈ। ਸੂਹੀ ਮਹੱਲਾ ਪਹਿਲਾ। ਇਹਦੇ ਵਿੱਚ ਵੀ ਜੋਗੀ ਨੂੰ ਹੀ ਉਪਦੇਸ਼ ਹੈ। ਇਹ ਜੋਗੀ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ ਰਹਾਉ। ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ। ਤਾੜੀ ਦਾ ਮਤਲਬ ਸਮਾਧੀ। 10ਵੇਂ ਦੁਆਰ ਦੇ ਵਿੱਚ ਜੋਗ ਨਾ ਦੇਸ ਦੇ ਸੰਤਰ ਭਵਿਐ, ਜੋਗ ਨਾ ਤੀਰਥ ਨਹਾਈਐ। ਅੰਜਨ ਮਾਹੀ ਨਿਰੰਜਨ ਰਹੀ ਹੈ। ਅੰਜਨ ਨਾਮ ਹੈ ਸੁਰਮੇ ਦਾ। ਸੁਰਮੇ ਤੋਂ ਲੈਣੀ ਹੈ ਕਾਲਖ, ਕਾਲਖ ਤੋਂ ਭਾਵ ਲੈਣਾ ਮਾਇਆ ਦਾ। ਸੋ ਮਾਇਆ ਰੂਪੀ ਕਾਲਖ ਦੇ ਵਿੱਚ ਮਾਇਆ ਮਲ ਤੋਂ ਰਹਿਤ ਹੋ ਰਹੀ ਹੈ। ਜੋਗ ਜੁਗ ਤੇ ਪਾਈ ਹੈ। ਅਸਲੀ ਸੂਰਮਾ ਤਾਂ ਉਹੀ ਹੈ ਜਿਹੜਾ ਆਪਦੇ ਬੱਚਿਆਂ 'ਚ ਆਪਦੀ ਘਰ ਵਾਲੀ ਦੇ ਕੋਲ ਬੈਠ ਕੇ ਬਾਣੀ ਪੜ੍ਹੇ, ਹਰ ਨਾਲ ਉਹਨੂੰ ਵੀ ਕਹੇ, ਬੱਚਿਆਂ ਨੂੰ ਵੀ ਆਖੇ ਭਾਈ ਕੀਰਤਨ ਕਰੋ, ਪਾਠ ਕਰੋ। ਸੂਰਮ ਗਤੀ ਇਹ ਹੈ, ਛੱਡ ਕੇ ਭੱਜ ਜਾਣਾ ਕਿ ਰੋਟੀਆਂ ਨਾ ਖਵਾਉਣੀਆਂ ਭੈਣ, ਪਹਿਲਾਂ ਵਿਆਹ ਕਰਾ ਲੈਣਾ, ਫਿਰ ਕਹਿਣਾ ਇਹ ਤਾਂ ਜੱਲਣਾ ਜੀ, ਨਿੰਦਿਆ ਕਰਨ ਲੱਗ ਪੈਣਾ, ਪਹਾੜਾਂ ਵਿੱਚ ਜਾ ਕੇ ਲੁਕ ਜਾਣਾ। ਇਹ ਕੋਈ ਸੂਰਮ ਗਤੀ ਵਾਲੀ ਗੱਲ ਨਹੀਂ ਹੈ। ਜਿਵੇਂ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਮਾਤਾ ਗੁਜਰੀ ਨੂੰ ਨਾਲ ਲੈ ਕੇ 27 ਸਾਲ ਗੁਰਦੁਆਰਾ ਬਾਬੇ ਬਕਾਲੇ ਦੇ ਭੋਰੇ ਵਿੱਚ ਤਪ ਕੀਤਾ, ਆਨੰਦ ਆ ਗਿਆ। ਇਸ ਤਰ੍ਹਾਂ ਦਾ ਆਨੰਦ ਕਾਰਜ ਹੋਣਾ ਚਾਹੀਦਾ ਕਿ ਇਕੱਠੇ ਭਗਤੀ ਕੀਤੀ ਜਾਏ। ਮਾਤਾ ਗੁਜਰੀ ਜੀ ਨੇ ਗੁਰਾਂ ਦੇ ਚਿਹਰੇ ਦੇ ਦਰਸ਼ਨ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ। ਜਦ ਮਹਾਰਾਜ ਨੇ ਦੇਖਣਾ ਜਲ ਦੀ ਲੋੜ ਹੈ, ਕਿਸੇ ਹੋਰ ਚੀਜ਼ ਦੀ, ਉਹ ਹਾਜ਼ਰ ਕਰਨਾ, ਗੁਰੂਆਂ 'ਚ ਬੈਠੇ ਰਹਿਣਾ। ਤੇ ਅੰਦਰ ਸਤਿਗੁਰਾਂ ਨੇ ਚੌਂਕੜਾ ਮਾਰ ਕੇ 27 ਸਾਲ ਮੂੰਹ ਨਾ ਕਹਿ ਲੈਣੇ। 26 ਸਾਲ 9 ਮਹੀਨੇ 9 ਦਿਨ ਭੋਰਾ ਸਾਹਿਬ ਦੀ ਯਾਦਗਾਰ ਬਣੀ ਹੋਈ ਹੈ। ਇਉਂ ਸਤਿਗੁਰ ਭੇਟੈ ਤਾਂ ਸਹਿਸਾ ਟੂਟੈ, ਧਾਵਤ ਵਰਜ ਰਹਾਈ ਹੈ। ਮਨ ਤਾਂ ਦੌੜ ਨੂੰ ਰੋਕਿਆ ਨਹੀਂ, ਆਪ ਦੌੜ ਗਿਆ ਘਰ ਛੱਡ ਕੇ। ਕੀ ਫਾਇਦਾ ਹੋਇਆ? ਗੱਲ ਤਾਂ ਮਨ ਦੀ ਸੀਗੀ। ਜੇ ਮਨ ਹੀ ਨਹੀਂ ਦੌੜ ਨੂੰ ਰੁਕਿਆ ਤਾਂ ਫਿਰ ਲਾਭ ਕੋਈ ਨਹੀਂ ਘਰ ਤੋਂ ਦੌੜਨ ਦਾ। ਆਪਦੇ ਮਨ ਨੂੰ ਘਰ ਤੋਂ ਦੌੜਾਓ। ਨਿਜਰ ਚਰੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ। ਆਪਦੇ ਘਰ 'ਚ ਹੀ ਪਰਚਾ ਪਾਓ ਨਾਮ ਦਾ। ਔਰ ਅੰਮ੍ਰਿਤ ਦੀ ਨਿਜਰ ਧਾਰ 10ਵੇਂ ਦੁਆਰ ਦੇ ਵਿੱਚ ਦੀ ਚਰੇ, ਸਹਿਜ ਗਿਆਨ ਦੀ ਧੁਨ ਦੇ ਵਿੱਚ, ਨਾਮ ਦੀ ਧੁਨ ਵਿੱਚ ਬਿਰਤੀ ਲੱਗ ਜਾਏ। ਅੰਜਨ ਮਾਹੀ ਨਿਰੰਜਨ ਰਹੀ ਹੈ, ਜੋਗ ਜੁਗ ਤੇ ਪਾਈ ਹੈ।
ਨਾਨਕ ਜੀਵਤਿਆ ਮਰ ਰਹੀ ਹੈ, ਐਸਾ ਜੋਗ ਕਮਾਈ ਹੈ। ਵਾਜੇ ਵਾਜੋਂ ਸਿੰਘੀ ਵਾਜੈ, ਬਿਨਾਂ ਵਜਾਉਣ ਤੋਂ ਹੀ ਸਿੰਘੀ ਵੱਜਣ ਲੱਗ ਪਏ। ਮਾਂ ਦੇ ਤਾਂ ਮੈਂ ਦਰਸ਼ਨ ਕੀਤੇ ਨੇ, ਸੰਤਾਂ ਦੇ ਨਹੀਂ ਕੀਤੇ। ਸਾਡੇ ਮਹਿਤੇ ਦੇ ਕੋਲ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਹਨ। ਉਹ ਮਾਂ ਵੀ ਬ੍ਰਹਮ ਗਿਆਨੀ ਸੀ। ਸੱਚਮੁੱਚ ਉਹਨੇ ਆਪ ਦੀ ਅਵਸਥਾ ਮੇਰੇ ਨਾਲ ਸਾਂਝੀ ਕੀਤੀ ਤੇ ਮੈਂ ਹੈਰਾਨ ਰਹਿ ਗਿਆ। 20 ਕੁ ਸਿੰਘਾਂ ਦਾ ਨਾਸ਼ਤਾ ਬਣਾਉਣਾ ਤੇ ਕੱਪੜਾ ਪਾ ਕੇ ਜਿਉਂ ਵਰਤਾਉਣ ਲੱਗਣਾ, ਮੁੱਕਣਾ ਹੀ ਨਹੀਂ। ਤੇ ਕਹਿਣਾ ਵੀ ਅੰਮ੍ਰਿਤ ਵੇਲੇ ਤੋਂ ਮਹਾਰਾਜ ਦੇ ਨਾਮ ਦੀ ਧੁਨੀ ਸੁਣਾਈ ਦੇ ਰਹੀ ਹੈ ਚੜ੍ਹਦੀ ਕਲਾ ਨਾਲ। ਤੇ ਬੜੀ ਸੁੰਦਰ ਆਵਾਜ਼ ਕਹਿੰਦੇ ਆ, ਜਪਾ ਜਾਪ ਨਾ ਵੀਸਰੈ ਆਦਿ ਜੁਗਾਦ ਸਮਾਏ। ਜਿਹੜੇ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਸੀ, ਉਹ ਗ੍ਰਸਤੀ ਸੰਤ, ਜੱਟ ਜ਼ਿਮੀਂਦਾਰਾਂ ਦੇ ਬਾਵਜੂਦ ਉਹਨਾਂ ਨੇ ਭਲਾਈ ਫਾਊਂਡਰੀ ਦੇ ਵਿੱਚ ਲੋਹਾ ਕੁੱਟਿਆ, ਔਰ ਜਿੰਨੇ ਵੀ ਉੱਥੋਂ ਦੇ ਮੁਲਾਜ਼ਮ ਸੀ ਸਾਰਿਆਂ ਨੂੰ ਕੰਮ ਤੋਂ ਵਿਹਲੇ ਹੋ ਕੇ ਸੰਗਤ ਵਿੱਚ ਜੋੜਿਆ। ਬੜਾ ਸੋਹਣਾ ਕੀਰਤਨ ਕਰਨਾ, ਨਾਲ ਵਾਹਿਗੁਰੂ ਵਾਹਿਗੁਰੂ ਦੀ ਧੁਨ ਲਾਉਣੀ। ਉਹਨਾਂ ਦੇ ਬਣਾਏ ਨਾਮ ਘਰ ਗੁਰਦੁਆਰੇ ਵਿੱਚ ਆਪਾਂ ਜਾ ਕੇ ਕਥਾ ਕਰਕੇ ਆਏ। ਛੱਤੀਸਗੜ੍ਹ ਦੁਰਗ ਵੱਡਾ ਸ਼ਹਿਰ ਹੈ, ਭਲਾਈ ਲਾਗੇ ਛੋਟਾ ਸ਼ਹਿਰ ਹੈ, ਫਾਊਂਡਰੀ ਉੱਥੇ ਮਸ਼ਹੂਰ ਹੈ। ਅਜੇ ਵੀ ਸੰਗਤਾਂ ਉੱਥੇ ਜੁੜੀਆਂ ਹੋਈਆਂ ਨੇ। ਇੱਕ ਵਾਰ ਕੋਈ ਜੋਗੀ ਆਇਆ। ਆਹ ਜਿਹੜੀ ਪੰਕਤੀ ਹੈ, ਇਹ ਪੰਕਤੀ ਤੋਂ ਮੈਨੂੰ ਯਾਦ ਆਇਆ ਕਿ ਜੋਗੀ ਨੇ ਪੰਕਤੀ ਪੜ੍ਹੀ ਗੁਰੂ ਨਾਨਕ ਸਾਹਿਬ ਦੀ, ਕਿ ਤੁਹਾਡੇ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ, ਵਾਜੇ ਵਾਜੋਂ ਸਿੰਘੀ ਵਾਜੈ। ਆਹ ਹੁਣ ਸਿੰਘੀ ਪਈ ਹੈ, 12 ਸਿੰਘਾਂ ਦੀ ਸਿੰਘੀ। ਜਿਹੜੇ ਜੋਗੀ ਲੋਕ ਜਦੋਂ ਮੌਤ 'ਚ ਆਉਂਦੇ ਉਹ ਤੂਤੀ ਜੀ ਵਜਾਉਂਦੇ ਨੇ। ਕਹਿੰਦਾ ਹੁਣ ਸਿੰਘੀ ਪਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਬਿਨਾਂ ਵਜਾਉਣ ਤੋਂ ਵਜੇ। ਆ ਹੁਣ ਬਿਨਾਂ ਵਜਾਉਣ ਤੋਂ ਕਿਵੇਂ ਵੱਜੂਗੀ? ਆਪਣੇ ਆਪ ਤਾਂ ਇਹ ਵੱਜ ਨਹੀਂ ਸਕਦੀ। ਇਹ ਬਾਣੀ ਦੇ ਅਰਥ ਕੀ ਹੋਏ ਫਿਰ? ਸਤਿਗੁਰੂ ਜੀ ਨੇ ਕਿਉਂ ਲਿਖਿਆ ਵਾਜੇ ਵਾਜੋਂ ਸਿੰਘੀ ਵਾਜੈ, ਤਾਂ ਉਹ ਨਿਰਭਉ ਪਦ ਪਾਈ ਹੈ। ਇਹਦੇ ਅਰਥ ਸਮਝਾਓ। ਤਾਂ ਸੰਤ ਜੀ ਮਹਾਰਾਜ ਕਹਿਣ ਲੱਗੇ, ਬੈਠ ਜਾ ਭਾਈ। ਸੰਗਤ ਜੁੜ ਗਈ, ਵਾਜੀ ਦੇ ਹੱਥ ਰੱਖਿਆ, ਜੋੜੀ ਦਾ ਤਾਲ ਨਾਲ ਜੁੜਿਆ। ਮੰਗਲ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰਮੁਖ ਬੈਠ ਕੇ ਇਹੋ ਜਿਹੀ ਵਾਹਿਗੁਰੂ ਦੀ ਧੁਨ ਉਹਨਾਂ ਨੇ ਵਾਜੇ ਤੇ ਲਾਈ। ਸੰਗਤਾਂ ਇੱਕਦਮ ਆਨੰਦ ਨਾਲ ਝੂਮਣ ਲੱਗ ਪਈਆਂ। ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆ ਵਾਜਾ ਵੀ ਬੰਦ ਕਰ ਦਿੱਤਾ ਤੇ ਜੋੜੀ ਵੀ ਵਜਾਉਣੀ ਬੰਦ ਕਰ ਦਿੱਤੀ ਅਤੇ ਆਪਣੀ ਆਵਾਜ਼ ਵੀ ਉਹਨਾਂ ਦੀ ਬੰਦ ਹੋ ਗਈ। ਪਰ ਜੋਗੀ ਜਿਹੜਾ ਆਨੰਦ ਵਿੱਚ ਝੂਮ ਰਿਹਾ ਸੀ, ਉਹਨੂੰ ਮਹਿਸੂਸ ਹੋਇਆ ਕਿ ਆਵਾਜ਼ ਅਜੇ ਵੀ ਆ ਰਹੀ ਹੈ। ਚੰਗੀ ਤਰ੍ਹਾਂ ਉਹਨੇ ਵੇਖਿਆ ਵੀ ਵਾਜਾ ਵੀ ਨਹੀਂ ਵੱਜ ਰਿਹਾ, ਜੋੜੀ ਵੀ ਨਹੀਂ ਵੱਜ ਰਹੀ, ਸੰਤਾਂ ਦਾ ਮੁੱਖ ਵੀ ਚੁੱਪ ਹੈ, ਪਰ ਉਹਨਾਂ ਦੀ ਹੀ ਆਵਾਜ਼ ਦੇ ਵਿੱਚ ਵਾਹਿਗੁਰੂ ਨਾਮ ਦੀ ਧੁਨੀ ਉਸੇ ਤਰ੍ਹਾਂ ਸੁਣਾਈ ਦੇ ਰਹੀ ਹੈ। ਸੰਤ ਮਹਾਰਾਜ ਕਹਿਣ ਲੱਗੇ, ਕੁਝ ਸੁਣਿਆ? ਕਹਿੰਦੇ ਜੀ ਹਾਂ। ਕਹਿੰਦੇ ਇਉਂ ਸਿੰਘੀ ਵੱਜਦੀ ਹੈ ਭਾਈ, ਬਿਨਾਂ ਵਜਾਉਣ ਤੋਂ। ਅਜੱਪਾ ਜਾਪ ਨਾ ਵੀਸਰੈ ਆਦਿ ਜੁਗਾਦ ਸਮਾਏ। ਤੇ ਜਿਹੜਾ ਐਵੇਂ ਵਾਜੇ ਵਜਾਉਂਦੇ ਰਹਿਣਾ, ਫਿਰ ਗੁਰਮੁਖ ਦੇ ਵਿੱਚ ਤੇ ਮਨਮੁਖ ਵਿੱਚ ਫਰਕ ਕੀ ਹੈ? ਵਾਜੇ ਨਾਲ ਨਾਮ ਦੀ ਧੁਨੀ ਹੋਵੇ ਤਉ ਨਿਰਭਉ ਪਦ ਪਾਈ ਹੈ, ਅੰਜਨ ਮਾਹੀ ਨਿਰੰਜਨ ਰਹੀ ਹੈ, ਜੋਗ ਜੁਗਤ ਤਉ ਪਾਈ ਹੈ। ਸੋ ਰਾਮਕਲੀ ਰਾਗ ਵਿੱਚ ਇਸੇ ਪ੍ਰਕਰਨ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਇਹ ਭਾਈ ਸੁਰਤ ਕੀ ਆਦ ਸਰੂਪ ਬ੍ਰਹਮ ਦੀ ਸਿੱਖਿਆ ਗ੍ਰਹਿਣ ਕਰਨੀ ਹੀ ਮੇਰੀ ਸਿੰਘੀ ਧਾਰਨ ਕੀਤੀ ਹੋਈ ਹੈ।
ਜਾਂ ਇਸੇ ਪ੍ਰਕਾਰ ਸੂਰਤ ਸਾਬਦ ਸਾਖੀ ਮੇਰੀ ਸਿੰਘੀ। ਸਾਰਿਆਂ ਦੇ ਪ੍ਰਕਾਸ਼ ਸਰੂਪ ਚੇਤਨ ਪ੍ਰਭੂ ਵਿੱਚ ਜੋ ਗੁਰਾਂ ਦੇ ਉਪਦੇਸ਼ ਦੁਆਰਾ ਬਿਰਤੀ ਜੋੜਨੀ ਹੈ ਜਾਂ ਸੋ ਸ੍ਰੇਸ਼ਟ ਰਤ ਪ੍ਰੀਤੀ ਕਰਨੀ ਹੈ, ਇਹੀ ਮੇਰੀ ਸੰਗੀ ਹੈ। ਤੂਤੀ ਵਾਜਾ, ਬੈਂਡ ਵਾਜਾ ਜਾਂ ਫੌਜੀ ਵਾਜਾ ਜਾਂ ਸਿੰਘੀ ਜਿਹੜੇ ਫੂਕ ਦੇ ਨਾਲ ਮੂੰਹ ਦੇ ਨਾਲ ਵੱਜਦੇ ਨੇ, ਇਹਦੀ ਮਨਾਹੀ ਹੈ ਗੁਰਦੁਆਰੇ ਦੇ ਅੰਦਰ। ਮੂੰਹ ਦੇ ਨਾਲ ਤਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਆਪਾਂ ਹੱਥ ਨਾਲ ਜੋੜੀ ਵਜਾ ਸਕਦੇ ਹਾਂ, ਹਾਰਮੋਨੀਅਮ ਹੱਥ ਨਾਲ ਵਜਾਇਆ ਜਾ ਸਕਦਾ। ਸਾਜ਼ਾਂ ਦੇ ਨਾਲ ਗੁਰਬਾਣੀ ਮਿਲਾ ਕੇ ਪੜ੍ਹਨੀ ਹੈ, ਇਹੀ ਸਾਡੀ ਸਿੰਘੀ ਹੈ। ਇਹ ਮਹਾਰਾਜ ਸਿੰਘੀ ਨੂੰ ਕੌਣ ਸੁਣਦਾ ਹੈ? ਬਾਜੈ ਲੋਕ ਸੁਣੇ ਜਿਨ੍ਹਾਂ ਅੰਦਰ ਨਾਮ ਦੀ ਅਜਪਾ ਜਾਪ ਦੀ ਧੁਨੀ ਵੱਜ ਰਹੀ ਹੈ, ਉਹ ਲੋਕ ਇਹ ਸਿੰਘੀ ਨੂੰ ਸੁਣਦੇ ਹਨ। ਜਾਂ ਇਸੇ ਪ੍ਰਕਾਰ ਬਾਜੈ ਲੋਕ ਸੁਣੇ ਜਿਨ੍ਹਾਂ ਦੇ ਅੰਦਰ ਮਜਾਤੀ ਬਿਰਤੀ ਦਾ ਤਿਰਸਕਾਰ ਤੇ ਸਜਾਤੀ ਬਿਰਤੀ ਦਾ ਪ੍ਰਵਾਹ ਚੱਲਦਾ, ਜਾਂ ਜਿਨ੍ਹਾਂ ਦੇ ਅੰਦਰ ਸ੍ਰੇਸ਼ਟ ਪ੍ਰੀਤੀ ਹੈ, ਉਹੀ ਇਹ ਵੱਜ ਰਹੀ ਸਿੰਘੀ ਨੂੰ ਸੁਣਦੇ ਅਨੁਭਵ ਕਰਦੇ ਹਨ। ਪਤ ਝੋਲੀ ਮੰਗਣ ਕੈ ਤਾਈ। ਇਹ ਮਹਾਰਾਜ ਅਸੀਂ ਜੋਗੀ ਲੋਕ ਪਾਤਰ ਦੁਆਰਾ ਭਿਖਿਆ ਲੈ ਕੇ ਝੋਲੀ ਵਿੱਚ ਪੂਣੀ ਕਰਦੇ ਹਾਂ। ਤੁਹਾਡੇ ਪਾਸ ਪਾਤਰ ਤੇ ਝੋਲੀ ਕਿਹੜੀ ਹੈ ਤੇ ਭਿਖਿਆ ਕਿਹੜੀ ਪਾਉਂਦੇ ਹੋ? ਤਾਂ ਮਹਾਰਾਜ ਕਹਿਣ ਲੱਗੇ, ਹੇ ਸਿੱਧ ਪੁਰਸ਼ੋ, ਸਾਡੇ ਪਾਸ ਵਿਚਾਰ ਰੂਪੀ ਪਾਤਰ ਹੈ, ਪਤ ਝੋਲੀ ਸ਼ਰਧਾ ਰੂਪੀ ਝੋਲੀ ਹੈ। ਮੰਗਣ ਕੈ ਤਾਈ, ਮੰਗਣ ਦੇ ਵਾਸਤੇ ਰੱਖੀ ਹੋਈ ਹੈ। ਕਿਆ ਨਾਮ ਪੜੇ। ਅਸੀਂ ਇਹੀ ਆਖਦੇ ਹਾਂ ਕਿ ਗੁਰਾਂ ਦੁਆਰਾ ਇਸ ਝੋਲੀ ਵਿੱਚ ਨਾਮ ਦੀ ਖੈਰਾਤ ਪੜੇ ਪੈਣਾ ਕਰੇ। ਬਾਬਾ ਗੋਰਖ ਜਾਗੈ। ਬਾਬਾ ਹੈ ਜੋਗੀ ਪੁਰਖੋ, ਗੋਰਖ ਦੀ ਲੱਖ ਲੱਖ ਤੋਂ ਨਹੀਂ ਜਗਾਉਂਦੇ ਹੋ, ਪਰ ਸਾਡੇ ਅਨੁਸਾਰ ਤਾਂ ਗੋਰਖ ਸੋ ਜਿਨ ਗੋਏ ਉਠਾਲੀ। ਉਹੀ ਗੋਰਖ ਹੈ ਜਿਸ ਨੇ ਸਾਰੀ ਪ੍ਰਿਥਵੀ ਚੁੱਕੀ ਹੋਈ ਹੈ, ਭਾਵ ਆਪਣੇ ਹੁਕਮ ਆਪਣੀ ਸੱਤਾ ਦੇ ਆਸਰੇ ਟਿਕਾਈ ਹੋਈ ਹੈ। ਇਸੇ ਪ੍ਰਕਾਰ ਗੋਰਖ ਸੋ ਜਿਨ ਗੋਏ ਉਠਾਲੀ। ਜਿਸ ਨੇ ਸੰਸਾਰ ਰੂਪ ਖਿੱਦੋ ਚੁੱਕੀ ਹੋਈ ਹੈ, ਭਾਵ ਸਾਰਾ ਸੰਸਾਰ ਉਤਪਤ ਕੀਤਾ ਹੋਇਆ, ਉਹੀ ਗੋਰਖ ਵਾਹਿਗੁਰੂ ਹੈ। ਕਰਤੇ ਬਾਹਰ ਨਾ ਲਾਗੈ। ਉਸ ਨੂੰ ਸ੍ਰਿਸ਼ਟੀ ਪੈਦਾ ਕਰਦਿਆਂ ਦੇਰ ਨਹੀਂ ਲੱਗਦੀ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪਾਣੀ ਪ੍ਰਾਣ ਪਵਨ ਬੰਦ ਰਾਖੇ। ਉਸ ਪਰਮਾਤਮਾ ਨੇ ਪਾਣੀ ਅਤੇ ਹਵਾ ਆਦਿਕ ਪੰਜਾਂ ਤੱਤਾਂ ਦੁਆਰਾ ਸਾਰਾ ਸੰਸਾਰ ਬਣਾ ਕੇ ਵਿੱਚ ਪੁਰਾਣਾਂ ਨੂੰ ਬੰਨ੍ਹ ਕੇ ਰੱਖਿਆ ਹੈ। ਚੰਦ ਸੂਰਜ ਮੁਖ ਦੀਏ। ਫਿਰ ਚੰਦਰਮਾ ਤੇ ਸੂਰਜ ਦੋਵੇਂ ਆਕਾਸ਼ ਵਿੱਚ ਮੁਖੀ ਦੀਵੇ ਕੀਤੇ ਹੋਏ ਹਨ। ਇਸੇ ਪ੍ਰਕਾਰ ਪਾਣੀ ਪ੍ਰਾਣ ਪਵਨ ਬੰਦੇ ਰਾਖੇ। ਪਾਣੀ ਅਤੇ ਪਵਨ ਆਦਿਕ ਪੰਜਾਂ ਤੰਦਾਂ ਦੀ ਰਚਿਤ ਸਰੀਰ ਵਿੱਚ ਪ੍ਰਾਣ ਬਣ ਕੇ ਰੱਖੇ ਹਨ। ਚੰਦ ਸੂਰਜ ਮੁਖ ਦੀਏ। ਅਤੇ ਮੁਖ ਉੱਪਰ ਸੱਜਾ ਖੱਬਾ ਨਿਤ ਰੂਪ ਦੋ ਦੀਵੇ ਹਨ। ਦੋਏ ਦੀਵੇ 14 ਹਟ ਨਾਲੇ। ਸੋ ਵਿਵੇਕ ਤੇ ਬੈਰਾਗ ਜਾਂ ਪਰੋਖ ਤੇ ਗਿਆਨ ਰੂਪ ਚੰਦਰਮਾ ਤੇ ਅਪਰੋਖ ਗਿਆਨ ਰੂਪੀ ਸੂਰਜ, ਇਹ ਦੀਵੇ ਦੇਣਾ ਕੀਤੇ ਹਨ। ਮਰਨ ਜੀਵਨ ਕਉ ਧਰਤੀ ਦੀਨੀ। ਜਨਮ ਅਤੇ ਮੌਤ ਦੇ ਵਿਵਹਾਰ ਵਾਸਤੇ ਪ੍ਰਿਥਵੀ ਦੇਣਾ ਕੀਤੀ ਹੈ। ਇਤੇ ਗੁਣ ਵਿਸਰੇ। ਪਰ ਕਿਰਤ ਘਣੀ ਜੀਵ ਨੂੰ ਪ੍ਰਭੂ ਦੇ ਇੰਨੇ ਗੁਣ ਇੰਨੇ ਪਰਉਪਕਾਰ ਭੁੱਲੇ ਹੋਏ ਹਨ। ਇਸੇ ਪ੍ਰਕਾਰ ਮਰਨ ਜੀਵਨ ਕਉ ਧਰਤੀ ਦੀਨੀ। ਜੀਵਤ ਭਾਵ ਤੋਂ ਮਰਨ ਵਾਸਤੇ ਆਤਮਸ਼ਨੀ ਬੁੱਧ ਜਾਂ ਤੁਰਿਆ ਪਦ ਰੂਪ ਧਰਤੀ ਦੇਣਾ ਕੀਤੀ ਹੈ। ਪਰ ਅਗਿਆਨੀ ਜੀਵ ਨੂੰ
ਇੰਨੇ ਉਪਕਾਰੀ ਪ੍ਰਭੂ ਦੇ ਇਹ ਗੁਣ ਇਹ ਪਰਉਪਕਾਰ ਭੁੱਲ ਗਏ ਨੇ। ਚਾਰ ਪੁਕਾਰ ਨਾ ਤੂੰ ਮੰਨੈ, ਖਟ ਵੀ ਏਕਾ ਬਾਤ ਵਖਾਨੈ। 10 ਅਸ਼ਟੀ ਮਿਲੇਕੋ ਕਹਿਆ, ਤਾਪੀ ਜੋਗੀ ਭੇਦ ਨ ਲਹਿਆ। ਕਿੰਕਰੀ ਅਨੂਪ ਵਾਜੈ, ਜੋਗੀਆ ਮਤਵਾਰੋ ਰੇ ਰਹਾਓ। ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰਿਤੀय में किश पया दुतीड़ा। दुतिया अर्धो अर्ध समाया, एक रहया ता एक दिखाया। एक सूत पुरोए मणिए, गाठी भिन 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 तनिए। फिरती माला बहु विध पाए, खिंचिया सूत ता आई थाए। चौ में एक मट है किया, तै बिखड़े थान अनक खिड़कियाँ। खोजत खोजत द्वारे आया, ता नानक जोगी महल कर पाया। क्यों किंकरी अनूप वाजै, सुन जोगी कै मन मिठी लागै रहाओ दूजा। ਇਹ ਪਾਵਨ ਸ਼ਬਦ ਵਿੱਚ ਵੀ ਜੋਗੀ ਨੂੰ ਹੀ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ। ਮਰਨ ਜੀਵਨ ਕਉ ਧਰਤੀ ਦੀਨੀ। ਜੀਵਤ ਭਾਵ ਤੋਂ ਮਰਨ ਵਾਸਤੇ ਆਤਮ ਸ਼ੈਣੀ ਬੁੱਧ ਜਾਂ ਤੁਰਿਆ ਪਦ ਰੂਪੀ ਧਰਤੀ ਦੇਣਾ ਕੀਤੀ ਹੈ। ਇਤੇ ਗੁਣ ਵਿਸਰੇ। ਪਰ ਅਗਿਆਨੀ ਜੀਵ ਨੂੰ ਆਰ ਗਿਆਨੀ ਮਨੁੱਖ ਭਇਆ, ਇਹ ਮਨੁੱਖ ਗਿਆਨੀ ਹੋ ਗਿਆ। ਇੰਨੇ ਉਪਕਾਰੀ ਪ੍ਰਭੂ ਦੇ ਇਹ ਗੁਣੇ ਪਰਉਪਕਾਰੀ ਨੂੰ ਭੁੱਲ ਗਏ ਹਨ। ਸਿੱਧ ਸਾਧਕ ਹਰ ਜੋਗੀ ਜੰਗਮ। ਸਿੱਧੀ ਦੀ ਪ੍ਰਾਪਤੀ ਵਾਲੇ ਸਿੱਧ, ਸਾਧਨਾ ਕਰਨ ਵਾਲੇ ਸਾਧਕ ਜਗਿਆਸੂ, ਤੇ ਜੋਗ ਮਤ ਨੂੰ ਧਾਰਨ ਵਾਲੇ ਜੋਗੀ, ਤੇ ਜੰਗਮ ਸ਼ੈਵੀ ਮਤ ਵਾਲੇ ਟੱਲੀਆਂ ਖੜਕਾ ਕੇ ਮੋਰ ਦੇ ਖੰਭ ਸਿਰ ਤੇ ਲਾ ਕੇ शिव जी ते पार्वती का विआह गाउन वाले। जन्म जन्म की रग हमारी, जन्म जन्म की रग हमारी। इस तरह ਉਹ ਜਿਹੜੇ ਮੰਗਦੇ ਫਿਰਦੇ ਨੇ। ਪੀਰ ਪੁਰਸ਼ ਬਹੁ ਤੇਰੇ। ਪੀਰ ਮੁਸਲਮਾਨਾਂ ਦੇ ਮੁਰਸ਼ਦ ਤੇ ਬਹੁਤ ਤੇਰੇ ਅਨੇਕਾਂ ਹੀ ਮਨੁੱਖ ਆਦਿਕ ਹਨ। ਜੇ ਤਿਨ ਮਿਲਾ ਤਾ ਕੀਰਤ ਆਖਾਂ। ਇਹ ਸਿੱਧੋ ਜੇਕਰ ਮੈਂ ਉਹਨਾਂ ਸਾਰਿਆਂ ਨੂੰ ਮਿਲਾਂ ਤਾਂ ਮੈਂ ਉਹਨਾਂ ਨੂੰ ਵਾਹਿਗੁਰੂ ਦੀ ਕੀਰਤੀ ਦਾ ਉਪਦੇਸ਼ ਹੀ ਆਖਣਾ ਕਰਾਂਗਾ। ਭਾਵ ਸਾਰਿਆਂ ਨੂੰ ਆਪਾਂ ਨਾਮ ਜਪਾਉਂਦੇ ਹਾਂ। ਤਾਂ ਮਨ ਸੇਵ ਕਰੇ। ਜੇਕਰ ਉਪਦੇਸ਼ ਮੰਨ ਕੇ ਕਮਾਉਣ ਲੱਗ ਪਏ ਤਾਂ ਸਾਡਾ ਮਨ ਉਹਨਾਂ ਦੀ ਸੇਵਾ ਟਹਿਲ ਕਰੇਗਾ। ਕਾਗਦ ਲੂਣ ਰਹਿ ਕ੍ਰਿਤ ਸੰਗੇ। ਉਹ ਮਹਾਤਮਾ ਜਨ ਇੰਜ ਨਿਰਲੇਪ ਰਹਿੰਦੇ ਜਿਵੇਂ ਕਾਗਜ਼ ਤੇ ਲੂਣ ਘਿਓ ਦੇ ਨਾਲ ਰਹਿੰਦੇ ਨੇ। ਭਾਵ ਘਿਓ ਵਿੱਚ ਗਲਦੇ ਨਹੀਂ ਹਨ। ਇਸੇ ਪ੍ਰਕਾਰ ਕਾਗਦ ਲੂਣ ਰਹਿ ਕ੍ਰਿਤ ਸੰਗੇ। ਘਿਓ ਨਾਲ ਲਿਬੜੇ ਹੋਏ ਪਾਣੀ ਦੇ ਵਿੱਚ ਕਾਗਜ਼ ਗਲਦੇ ਨਹੀਂ, ਇੱਕ ਦੂਜੇ ਦੇ ਨਾਲ ਰਹਿੰਦੇ। ਤਿਵੇਂ ਕਾਗਜ਼ ਵਰਗਾ ਕਮਜ਼ੋਰ ਜਾਂ ਨਰਮ ਚਿੱਤ ਜੇਕਰ ਵਾਹਿਗੁਰੂ ਦੇ ਪ੍ਰੇਮ ਰੂਪ ਘਿਓ 'ਚ ਲਿਬੜ ਜਾਏ ਤਾਂ ਇਹ ਗਲਣ ਤੋਂ ਰਹਿਤ ਹੋ ਕੇ ਅਚਲ ਹੋ ਜਾਂਦਾ ਹੈ। ਕਮਲ ਰਹਿ। ਪਰ ਇਸ ਉੱਪਰ ਬੁਰਾ ਭਲਾ ਦੇ ਆਸ ਰੂਪ ਲੇਖ ਨਹੀਂ ਲਿਖੇ ਜਾ ਸਕਦੇ। ਫਿਰ ਲੂਣ ਦੀ ਤਰ੍ਹਾਂ ਵਿਸ਼ਿਆਂ ਰੂਪੀ ਪਾਣੀ ਵਿੱਚ ਗਲਣ ਵਾਲਾ ਚਿੱਤ ਵੀ ਪ੍ਰੇਮ ਰੂਪੀ ਘਿਓ ਦੀ ਸੰਗਤ ਕਰਕੇ ਅਚਲ ਹੋ ਜਾਂਦਾ। ਜਿਵੇਂ ਕਮਲ ਦਾ ਫੁੱਲ ਪਾਣੀ 'ਚ ਨਿਰਲੇਪ ਰਹਿੰਦਾ, ਤਿਵੇਂ ਉਹ ਮਹਾਤਮਾ ਸੰਸਾਰ ਦੇ ਵਿੱਚ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਨਿਰਲੇਪ ਰਹਿੰਦੇ ਹਨ। ਐਸੇ ਭਗਤ ਮਰਹਿ ਜਨ ਨਾਨਕ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਹੇ ਸਿੱਧੋ, ਐਸੇ ਭਗਤ ਜਨ ਵਾਹਿਗੁਰੂ ਦੇ ਸਰੂਪ ਦੇ ਨਾਲ ਮਿਲ ਜਾਂਦੇ ਹਨ। ਤਿਨ ਜਮ ਕਿਆ ਕਰੈ। ਤਿਨਾਂ ਨੂੰ ਫਿਰ ਯਮਦੂਤ ਭਲਾ ਕੀ ਕਰ ਸਕਦਾ? ਭਾਵ ਕੁਝ ਨਹੀਂ ਕਰ ਸਕਦਾ ਹੈ। ਰਾਮ ਕਲੀ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਰਾਮ ਕਲੀ ਦੇ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਦੇ ਨੇ। ਸੁਣਮਾ ਛਿੰਦਰਾ ਨਾਨਕ ਬੋਲੇ। ਇਹ ਜਿਹੜਾ ਮਛੰਦਰ ਨਾਥ ਸੀਗਾ ਇਹ ਗੋਰਖਨਾਥ ਦਾ ਗੁਰੂ ਸੀਗਾ।
ਜੋ ਸ਼ਿਵ ਜੀ ਦੀ ਅੰਸ਼ ਤੋਂ ਪੈਦਾ ਹੋਇਆ ਸੀ। ਜਦ ਸ਼ਿਵ ਜੀ ਭਗਵਾਨ ਨੇ ਮੋਹਣੀ ਅਵਤਾਰ ਦੇ ਦਰਸ਼ਨ ਕੀਤੇ ਤਾਂ ਇਹਦਾ ਮਨ ਸਥਿਰ ਨਾ ਰਹਿ ਸਕਿਆ। ਇਹਦੀ ਅੰਸ਼ ਜਿਹੜੀ ਗੋਹੇ 'ਚ ਡਿੱਗੀ, ਗੋਹੇ ਵਿੱਚ ਤੋਂ ਗੋਰਖ ਬਣਿਆ। ਇਹ ਵੀ ਸ਼ਿਵ ਜੀ ਦੀ ਅੰਸ਼ ਤੋਂ ਸੀ। ਜਿਹੜੀ ਸਮੁੰਦਰ ਵਿੱਚ ਡਿੱਗੀ ਉਹ ਮੱਛੀ ਨੇ ਨਿਗਲ ਲਈ, ਉਹਦਾ ਪੇਟ ਫਾੜ ਕੇ ਤੇ ਪਾਰਸਨਾਥ ਜੋਗੀ ਨੇ ਮੱਛੀ ਦੇ ਪੇਟੋਂ ਮਛੰਦਰਨਾਥ ਕੱਢਿਆ। ਇਹ ਗੋਰਖ ਦਾ ਗੁਰੂ ਸੀ। ਇਹਨੇ ਬਹੁਤ ਤਪੱਸਿਆ ਕੀਤੀ ਅਤੇ ਯੋਗ ਸਾਧਨਾ ਦੁਆਰਾ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਪਰ ਇਹਦੇ ਮਨ ਨੂੰ ਸ਼ਾਂਤੀ ਨਾ ਆਈ। ਮਨ ਅੰਦਰ ਵਿਕਾਰਾਂ ਦੀ ਅੱਗ ਹੋਰ ਵੀ ਪ੍ਰਬਲ ਹੋ ਗਈ। ਫਿਰ ਉਸ ਅੱਗ ਨੂੰ ਬੁਝਾਉਣ ਲਈ ਸੋਚਣ ਲੱਗਾ ਕਿ ਕਿਵੇਂ ਬੁਝੇ। ਇਹ 10ਵੇਂ ਦੁਆਰ ਦੇ ਵਿੱਚ ਲੱਗਾ ਸੈਰ ਕਰਨ। ਆਪਣੀ ਸਿੱਧੀ ਦੇ ਬਲ ਨਾਲ ਇਹਨੇ ਜਾਣਿਆ ਕਿ ਸੰਗਲਾਦੀਪ ਦਾ ਰਾਜਾ ਅਮਰੂ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ ਹੈ। ਤਦ ਇਸਨੇ ਆਪਣੀ ਦੇਹ ਹੀ ਬਰਫਾਨੀ ਪਹਾੜਾਂ ਵਿੱਚ ਛੱਡ ਕੇ ਤੇ ਸੂਖਮ ਸਰੀਰ ਦੁਆਰਾ ਪਰ ਕਾਇਆ ਪ੍ਰਵੇਸ਼ ਸਿੱਧੀ ਦਾ ਸਹਾਰਾ ਲੈਂਦਿਆਂ ਅਮਰੂ ਰਾਜੇ ਦੀ ਮੁਰਦਾ ਦੇਹ ਦੇ ਵਿੱਚ ਪ੍ਰਵੇਸ਼ ਕੀਤਾ। ਉਹਦੀ ਦੇਹ ਵਿੱਚ ਪ੍ਰਵੇਸ਼ ਹੋ ਕੇ ਪਦਮਨੀਆਂ ਦੇ ਲਾਲਚ ਵਿੱਚ ਜੋਗੀ ਕਾਮਨਾ ਵਾਸ਼ਨਾ ਨੂੰ ਪੂਰਾ ਕਰਦਾ ਰਿਹਾ। ਕਾਮ ਵਾਸ਼ਨਾ ਦੀ ਪੂਰਤੀ ਕਰਦਾ ਰਿਹਾ, ਪਰ ਇਹਦੀ ਪੂਰਤੀ ਨਾ ਹੋਈ। ਇਹ ਵਿਸ਼ਿਆਂ ਦੀ ਤ੍ਰਿਪਤੀ ਵਿੱਚ ਅਤਿਬਤ ਮਨ ਮਾਏ ਕਈ ਵਰੇ ਇਹਨੇ ਲੰਘਾ ਦਿੱਤੇ। ਉਧਰ ਨੇਮਨਾਥ ਦੇ ਚੇਲੇ ਬਾਲ ਗੁੰਦਾਈ ਨੇ ਗੋਰਖਨਾਥ ਨੂੰ ਤਰਕ ਮਾਰੀ। ਗੋਰਖ ਬੋਲਣੋਂ ਹੀ ਨਾ ਹਟੇ, ਚਰਚਾ ਹੀ ਕਰੀ ਜਾਏ। ਜਦ ਵਾਰੇ ਨਾ ਆਉਣ ਦਿੱਤਾ ਤਾਂ ਬਾਲ ਗੁਦਾਈ ਬ੍ਰਹਮ ਗਿਆਨੀ ਗੁਰਮੁਖ ਸੀਗਾ, ਜਿਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਕਹਿਣ ਲੱਗਾ, ਗੋਰਖ ਜਤੀ ਸਦਾਈ ਦਾ ਤਿਸ ਗੁਰ ਘਰ ਬਾਰੀ। ਇਹ ਗੋਰਖ ਤੂੰ ਆਪਣੇ ਆਪ ਦੇ ਵਿੱਚ ਜਤੀ ਸਦਾਉਣਾ, ਪਰ ਗੁਰੂ ਤੇਰਾ ਪਤਾ ਕਿੱਥੇ ਆ? ਖੇ ਖਾ ਰਿਹਾ ਸੰਗਲਾਦੀਪ ਦੇ ਵਿੱਚ ਪਦਮਨੀਆਂ ਦੇ ਨਾਲ ਉਹ ਮੂੰਹ ਕਾਲਾ ਕਰ ਰਿਹਾ। ਗ੍ਰਸਤੀ ਬਣੀ ਬੈਠਾ, ਤੂੰ ਵੱਡਾ ਜਤੀ ਹੈ। ਉੱਥੇ ਰਾਜੇ ਅਮਰੂ ਦੀ ਮੁਰਦਾ ਦੇ ਵਿੱਚ ਵੜ ਕੇ ਪਦਮਨੀਆਂ ਦੇ ਸੁੱਖ ਭੋਗ ਰਿਹਾ। ਅਮਰੂ ਦੀਆਂ ਪਦਮਨੀਆਂ ਨਾਲ ਇਹ ਮਿਹਣਾ ਸੁਣ ਕੇ ਗੋਰਖ ਨੂੰ ਬੜੀ ਅੱਗ ਲੱਗੀ, ਪਰ ਗੱਲ ਸੱਚੀ ਸੀਗੀ। ਆਪਣੇ ਗੁਰੂ ਨੂੰ ਵਿਸ਼ਿਆਂ ਦੇ ਖੂਹ ਚੋਂ ਕੱਢਣ ਲਈ ਭੇਸ ਬਦਲਾ ਕੇ ਉਹਦੇ ਰਾਜ ਵਿੱਚ ਦਾਖਲ ਹੋਇਆ, ਕਿਉਂਕਿ ਇਹਦਾ ਹੁਕਮ ਸੀ ਕਿ ਕੋਈ ਕੰਨ ਪਾਟਾ ਜੋਗੀ ਮੇਰੇ ਰਾਜ ਦੀ ਹੱਦ 'ਚ ਨਹੀਂ ਬਣਨਾ ਚਾਹੀਦਾ। ਜਦੋਂ ਵੀ ਇਨਸਾਨ ਦੀ ਗਲਤੀ ਫੜੀ ਜਾਏਗੀ, ਉਹਦੇ ਬਰਾਬਰ ਦਾ ਬੰਦਾ ਉਹਦੇ ਸ਼ਰੀਕ ਵਾਲਾ ਹੀ ਫੜੂਗਾ, ਆਮ ਬੰਦਾ ਨਹੀਂ। ਇਹਨੇ ਆਪਣਾ ਆਪ ਛਪਾਉਣ ਵਾਸਤੇ ਜੋਗੀਆਂ ਦੀ ਐਂਟਰੀ ਮਨ੍ਹਾ ਕੀਤੀ, ਤਾਂ ਗੋਰਖ ਨੇ ਮੁੰਦਰਾਂ ਵਾਲੇ ਕੰਨ ਆਪਣੇ ਕੱਪੜੇ ਨਾਲ ਲਕੋ ਲਏ। ਉਦੋਂ ਤੋਂ ਜੋਗੀਆਂ ਵਿੱਚ ਸਿਰ 'ਤੇ ਕੱਪੜੇ ਨਾਲ ਮੁੰਦਰਾਂ ਢੱਕਣ ਦਾ ਰਿਵਾਜ ਪੈ ਗਿਆ। ਤੇ ਜਿਹੜਾ ਗਵਾਈਆਂ ਦੇ ਨਾਲ ਤਬਲਾ ਵਜਾਉਂਦਾ ਸੀਗਾ, ਉਹਦੇ ਗੋਡੇ ਘੁੱਟਣ ਲੱਗ ਪਿਆ। ਕਹਿਣ ਲੱਗਾ, ਜੀ ਉਸਤਾਦ ਜੀ ਮੈਨੂੰ ਵੀ ਜੋੜੀ ਸਿਖਾਓ। ਉਹਦਾ ਸ਼ਾਗਿਰਦ ਬਣ ਗਏ। ਗੋਰਖਨਾਥ ਨੇ ਤਬਲਾ ਵਜਾਉਣਾ ਸਿੱਖ ਲਿਆ। ਇੱਕ ਦਿਨ ਤਬਲੇ ਵਾਲਾ ਬਿਮਾਰ ਹੋ ਗਿਆ। ਤਦੋਂ ਉਹਨੇ ਗੋਰਖਨਾਥ ਨੂੰ ਰਾਜੇ ਦੀ ਸਭਾ 'ਚ ਭੇਜ ਦਿੱਤਾ ਕਿ ਜਾ ਤੂੰ ਵਜਾਇਆ। ਜਿਹੜਾ ਉੱਥੇ ਨਾਚ ਗਾਣਾ ਹੁੰਦਾ ਸੀਗਾ, ਉੱਥੇ ਗੋਰਖਨਾਥ ਨੇ ਤਬਲੇ ਨੂੰ ਸੁਰ ਕਰਕੇ ਉਹਦੇ ਵਿੱਚੋਂ ਆਵਾਜ਼ ਕੱਢੀ, ਜਿਵੇਂ ਧਾਗੇ ਧਾਗਾ, ਉਹ ਤੀ ਤਾ ਇਤਿਆਦਿ ਉਹਦੀਆਂ ਆਵਾਜ਼ਾਂ ਹੁੰਦੀਆਂ ਨੇ। ਉਹਦੇ ਵਿੱਚੋਂ ਆਵਾਜ਼ ਕੱਢੀ ਜੋੜੀ ਦੇ ਵਿੱਚੋਂ, ਜਾਗ ਮਛੰਦਰਾ ਗੋਰਖ ਆਇਓ, ਜਾਗ ਮਛੰਦਰਾ ਗੋਰਖ ਆਇਓ। ਇਹ ਸੁਣ ਕੇ ਮਛੰਦਰਨਾਥ ਸ਼ਰਮਸ਼ਾਰ ਜਿਹਾ ਹੋਇਆ ਤੇ ਆਪਣੇ ਆਪ ਉੱਪਰ ਘਿਰਨਾ ਕੀਤੀ ਕਿ ਤੂੰ ਹੈ ਮੈਨੂੰ, ਮੇਰਾ ਚੇਲਾ ਤਾਂ ਜਤੀ ਹੈ ਤੇ ਮੈਨੂੰ ਸਮਝਾ ਰਿਹਾ, ਮੈਂ ਵਿਕਾਰੀ ਹੋਇਆ ਪਿਆ। ਤਦੋਂ ਨੇ ਅਮਰੂ ਰਾਜੇ ਦੀ ਦੇਹ ਛੱਡ ਦਿੱਤੀ ਤੇ ਗੋਰਖਨਾਥ ਚੱਲ ਕੇ ਆਪਣੀ ਦੇਹ ਦੇ ਵਿੱਚ ਪ੍ਰਵੇਸ਼ ਹੋਇਆ।
ਵਾਹਿਗੁਰੂ। ਮਛੰਦਰ ਨਾਥ ਜਿਹੜਾ ਬਰਫ਼ ਦੇ ਵਿੱਚ ਆਪਣੀ ਦੇਹ ਛੱਡ ਕੇ ਆਇਆ ਸੀ, ਉਹਦੇ ਵਿੱਚ ਜਾ ਕੇ ਪ੍ਰਵੇਸ਼ ਹੋਇਆ। ਫਿਰ ਗੋਰਖ ਨੇ ਮਛੰਦਰ ਨਾਥ ਨੂੰ ਕੰਨ ਤੋਂ ਫੜ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨੀ ਲਿਆ ਕੇ ਪਾਇਆ ਤੇ ਬੇਨਤੀ ਕੀਤੀ, ਮਹਾਰਾਜ ਜਿਸ ਤਰ੍ਹਾਂ ਆਪਨੇ ਮੇਰੇ ਤੇ ਕਿਰਪਾ ਕੀਤੀ ਹੈ, ਇਹ ਮੇਰੇ ਗੁਰੂ ਨੂੰ ਵੀ ਸ਼ਾਂਤੀ ਬਖਸ਼ੋ ਜੀ, ਇਹਦੀ ਵੀ ਕਲਿਆਣ ਕਰੋ। ਉਸ ਸਮੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਛੰਦਰ ਨਾਥ ਦੇ ਪ੍ਰਥਾਏ ਉਹਨੂੰ ਸੰਬੋਧਨ ਕਰਦਿਆਂ ਰਾਮਕਲੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਿਆ। ਵੇਖੋ, ਗੁਰੂਆਂ ਦੇ ਗੁਰੂ ਤਾਈਓ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਲਾਉਂਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਿਉਂਕਿ ਜੋਗੀਆਂ ਚੋਂ ਸਭ ਤੋਂ ਵੱਡਾ ਗੋਰਖਨਾਥ ਹੈ ਤੇ ਗੋਰਖਨਾਥ ਦੇ ਗੁਰੂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਵੇਖੋ ਸਮਝਾਇਆ। ਪਿਆਰ ਨਾਲ ਸੁਣੋ ਜੀ। ਸੁਰਮਾ ਛਿੰਦਰਾ ਨਾਨਕ ਬੋਲਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬੋਲਦੇ ਕਥਨ ਕਰਦੇ ਨੇ ਕਿ ਹੇ ਮਛੰਦਰ ਨਾਥ ਜੋਗੀ, ਸਾਡੇ ਬਚਨ ਸਾਡੀ ਸਿੱਖਿਆ ਨੂੰ ਸੁਣਨਾ ਕਰ। ਵਸਗਤ ਪੰਚ ਕਰੇ ਨਹ ਡੋਲਾ। ਪੰਜ ਗਿਆਨ ਇੰਦਰੀਆਂ ਜਾਂ ਪੰਜੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਆਪਣੇ ਅਧੀਨ ਕਰ ਤੇ ਵਿਸ਼ਿਆਂ ਵਿੱਚ ਨਾ ਡੋਲ। ਐਸੀ ਜੁਗਤ ਜੋਗ ਕਾਉ ਪਾਲੇ। ਅਜਿਹੀ ਜੁਗਤੀ ਦੇ ਨਾਲ ਜੋਗ ਦੀ ਪਾਲਣਾ ਕਰ, ਜਾਂ ਜੋਗ ਦੀ ਐਸੀ ਜੁਗਤੀ ਨੂੰ ਪਾ ਲੈਣਾ ਕਰ। ਆਪ ਤਰੈ ਸਗਲੇ ਕੁਲ ਤਾਰੇ। ਜੋ ਪਾ ਲੈਂਦਾ ਉਹ ਆਪ ਹੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਤੇ ਸਭ ਕੁਲਾਂ ਨੂੰ ਵੀ ਤਾਰ ਲੈਂਦਾ ਹੈ। ਸੋ ਆਦੂਤ ਐਸੀ ਮਤ ਪਾਵੈ। ਜਿਸ ਨੂੰ ਅਜਿਹੀ ਜੋਗ ਦੀ ਜੁਗਤੀ ਵਾਲੀ ਬੁੱਧ ਸਿੱਖਿਆ ਪ੍ਰਾਪਤ ਹੋ ਜਾਂਦੀ, ਉਹੀ ਅਸਲ ਬ੍ਰਗਤ ਸਾਧੂ ਹੈ, ਜੋਗੀ ਹੈ। ਐਨਿਸ ਸੁਨ ਸਮਾਦ ਸਮਾਵੈ। ਉਹ ਦਿਨ ਰਾਤ ਅਫੁਰ ਸਰੂਪ ਬ੍ਰਹਮ ਦੇ ਵਿੱਚ ਨਿਰਵਿਕਲਪ ਸਮਾਧੀ ਲਾ ਕੇ ਸਮਾਉਂਦਾ, ਭਾਵ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਲਿਖਿਆ ਭਾਈ ਭਗਤ ਭੈ ਚੱਲੈ। ਜੋ ਪਰਮਾਤਮਾ ਦੀ ਪ੍ਰੇਮਾ ਭਗਤੀ ਧਾਰਨ ਕਰਕੇ ਪ੍ਰਭੂ ਦੇ ਪੈ ਦੇ ਸੰਯੁਗਤ ਚੱਲਣਾ ਹੈ, ਇਹ ਭਿਖਿਆ ਖੈਰਾਤ ਪ੍ਰਾਪਤ ਕਰੇ। ਜਾਂ ਇਸੇ ਪ੍ਰਕਾਰ ਲਿਖਿਆ ਭਾਈ ਭਗਤ ਭੈ ਚੱਲੈ। ਭੈ ਪੂਰਵਕ ਪ੍ਰੇਮਾ ਭਗਤੀ ਰੂਪ ਭਿਖਿਆ ਲੈਣ ਵਾਸਤੇ ਗੁਰੂ ਦੀ ਸ਼ਰਨ ਵਿੱਚ ਚੱਲਣਾ ਕਰੇ। ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ। ਅਮੋਲਕ ਸੰਤੋਖ ਨੂੰ ਧਾਰਨ ਕਰਕੇ ਜਾਂ ਸੰਤੋਖ ਰੂਪ ਅਮਲ ਦੁਆਰਾ ਹੀ ਭਲੀ ਪ੍ਰਕਾਰ ਤ੍ਰਿਪਤ ਹੋਣਾ ਕਰੇ। ਧਿਆਨ ਰੂਪ ਹੋਏ ਆਸਣ ਪਾਵੈ। ਇਹ ਮਛੰਦਰ ਨਾਥ ਜੋਗੀ ਜਿਸ ਪ੍ਰਭੂ ਦਾ ਧਿਆਨ ਕਰਨਾ ਹੈ, ਉਸ ਦਾ ਰੂਪ ਹੀ ਹੋ ਜਾਏ। ਭਾਵ ਧਿਆਤਾ ਧਿਆਨ ਤੇ ਨੂੰ ਛੱਡ ਕੇ ਬ੍ਰਹਮ ਰੂਪੀ ਹੋ ਜਾਏ। ਧਿਆਤਾ ਤੇ ਧਿਆਨ ਨੂੰ ਛੱਡ ਕੇ ਧੇ ਦਾ ਰੂਪ ਬ੍ਰਹਮ ਰੂਪੀ ਹੋ ਜਾਏ। ਐਸਾ ਆਸਨ ਪਾਉਣਾ ਕਰੇ। ਆਸਨ ਨਾਮ ਹੈ ਸਥਿਤੀ ਦਾ। ਜਿਵੇਂ ਆਪਾਂ ਚੌਂਕੜਾ ਮਾਰ ਕੇ ਬੈਠਦੇ ਹਾਂ ਟਿਕ ਕੇ, ਇਉਂ ਸੋ ਪ੍ਰਭੂ ਦੇ ਵਿੱਚ ਧਿਆਨ ਦਾ ਆਸਨ ਲਾਵੇ। ਸਚ ਨਾਮ ਤਾੜੀ ਚਿਤ ਲਾਵੈ। ਸੱਚੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਚਿੱਤ ਦੀ ਬਿਰਤੀ ਲਾਉਣ ਰੂਪ ਸਮਾਧੀ ਲਾਉਣਾ ਕਰੇ। ਸਮਾਧੀ ਜ਼ਰੂਰੀ ਨਹੀਂ ਵੀ ਅੱਖਾਂ ਬੰਦ ਤੋਂ ਹੀ ਲੱਗਦੀ ਹੈ, ਅੱਖਾਂ ਖੁੱਲੀਆਂ ਹੋਣ ਤੇ ਤਾਂ ਵੀ ਸਮਾਧੀ ਲੱਗੀ ਹੋ ਸਕਦੀ ਹੈ। ਮੈਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੀ ਅਵਸਥਾ ਐਸੀ ਤੱਕਿਆ ਕਰਦਾ। ਸ਼ਾਮੀ 6 ਵਜੇ ਤੋਂ ਬਾਅਦ ਉਹਨਾਂ ਸਮਾਧੀ 'ਚ ਚਲੇ ਜਾਣਾ, ਅੱਖਾਂ ਵੀ ਖੁੱਲੀਆਂ ਹੋਣੀਆਂ, ਸਾਡੇ ਨਾਲ ਤੁਰੇ ਵੀ ਫਿਰਨਾ। ਜਿਸ ਤਰ੍ਹਾਂ ਛੋਟੇ ਜਿਹੇ ਜੰਮਦੇ ਬੱਚੇ ਨੂੰ ਬਾਂਹ ਤੋਂ ਫੜ ਕੇ ਸਮਝਾਈਦਾ ਵੀ ਇੱਧਰ ਨਹੀਂ ਜਾਣਾ, ਇੱਧਰ ਜਾ, ਉੱਧਰ ਨਹੀਂ ਜਾਣਾ। ਇਉਂ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਬਾਂਹ ਤੋਂ ਫੜ ਲਈ ਫਿਰਨਾ ਵੀ ਉਹ ਫਲਾਣਾ ਬੇਨਤੀ ਕਰ ਰਿਹਾ ਜੀ, ਉਹਦੇ ਘਰ ਚਰਨ ਪਾਉਣੇ ਜੀ। ਕਹਿਣਾ ਚਲੋ ਕੋਈ ਗੱਲ ਸਮਝਾਉਣੀ, ਸਮਝ ਨਾ ਆਉਣੀ।
ਤੋ ਇੱਕ ਵਾਰ ਕਹਿੰਦੇ ਵੀ ਮੈਨੂੰ ਸ਼ਾਮੀ ਦੱਸਿਆ ਤਾਂ ਸੀ ਉਹਨੇ ਵੀ ਮੈਂ ਕਿਤੇ ਜਾਣਾ, ਤੇ ਪਰ ਮੈਨੂੰ ਯਾਦ ਨਹੀਂ ਹੈ ਵੀ ਕੀ ਦੱਸਿਆ ਸੀਗਾ। ਤੋ ਇੰਜ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਬਿਰਤੀ ਜੋੜ ਲੈਣੀ, ਮਾਲਾ ਫੜ ਲੈਣੀ ਤੇ ਜ਼ਬਾਨ ਘੁਮਾਈ ਜਾਣੀ, ਬੁੱਲ ਫਰਕੀ ਜਾਣੇ। ਤੋ ਇੰਜ ਅਸਲੀ ਸਮਾਧੀ ਤਾਂ ਇਹੀ ਹੈ ਜਿਹੜਾ ਨਾਮ ਦੇ ਵਿੱਚ ਬਿਰਤੀ ਜੁੜ ਜਾਣੀ ਹੈ। ਨਾਨਕ ਬੋਲੇ ਅੰਮ੍ਰਿਤ ਬਾਣੀ। ਸਤਿਗੁਰੂ ਨਾਨਕ ਦੇਵ ਜੀ ਬੋਲ ਕੇ ਕਥਨ ਕਰਦੇ ਕਿ ਅਸੀਂ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬ੍ਰਹਮਾਨੰਦ ਰੂਪ ਅੰਮ੍ਰਿਤ ਦੇਣ ਵਾਲੀ ਬਾਣੀ ਬੋਲਦੇ ਹਾਂ। ਮਾਛਿੰਦਰਾ ਆਉਦੂ ਨੀਸਾਣੀ। ਇਹ ਮਛੰਦਰਨਾਥ ਸੁਣ, ਵਿਰਕਤ ਸਾਧੂ ਦੀਆਂ ਨਿਸ਼ਾਨੀਆਂ ਲੱਛਣ ਇਹ ਹਨ। ਆਸਾ ਮਾਹੇ ਨਿਰਾਸ ਬਲਾਏ। ਆਸਾ ਰੂਪ ਜਗਤ ਦੇ ਵਿੱਚ ਆਸਾ ਤੋਂ ਰਹਿਤ ਹੋ ਕੇ ਜੀਵਨ ਦਾ ਸਮਾਂ ਬਤੀਤ ਕਰੇ। ਕਬੀਰ ਆਸਾ ਕਰੀਏ ਰਾਮ ਕੀ, ਅਬਰੈ ਆਸ ਨਿਰਾਸ। ਨਰਕ ਪਰੈ ਤੇ ਮਨ ਨਹੀਂ, ਜੋ ਹਰ ਨਾਮ ਉਦਾਸ। ਇਸੇ ਪ੍ਰਕਾਰ ਆਸਾ ਮਾਹੇ ਨਿਰਾਸ ਬਲਾਏ। ਆਸਾ ਨੂੰ ਪ੍ਰਭੂ ਦੇ ਸਿਮਰਨ ਦੇ ਵਿੱਚ ਸੰਸਾਰ ਤੋਂ ਭ੍ਰਾਮ ਹੋ ਕੇ ਆਪ ਦਾ ਸਮਾਂ ਬਤੀਤ ਕਰੇ, ਸੋ ਸਮਝੇ ਕਿ ਇੱਥੇ ਹਮੇਸ਼ਾ ਨਹੀਂ ਰਹਿਣਾ ਹੈ। ਨਿਚੋ ਨਾਨਕ ਕਰਤੇ ਪਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਮਛੰਦਰਨਾਥ ਜੋਗੀ, ਇਹੋ ਜਿਹਾ ਜੋਗੀ ਮਹਾਤਮਾ ਨਿਸ਼ਚੈ ਕਰਕੇ ਕਰਤਾ ਪੁਰਖ ਨੂੰ ਪਾ ਲਵੇਗਾ। ਪ੍ਰਣਵਤ ਨਾਨਕ ਆਗਮ ਸੁਣਾਏ। ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਹੇ ਗਮਤਾਂ ਤੋਂ ਰਹਿਤ ਹਰੀ, ਸਾਡੇ ਤੇ ਕਿਰਪਾ ਕਰ, ਅਸੀਂ ਹਰੀ ਦੇ ਜਸ ਨਾਮ ਨੂੰ ਹੀ ਸੁਣੀਏ ਤੇ ਅੱਗੇ ਸੁਣਾਉਣਾ ਕਰੀਏ। ਇਸੇ ਤਰ੍ਹਾਂ ਪ੍ਰਣਵਤ ਨਾਨਕ ਆਗਮ ਸੁਣਾਏ। ਇਹ ਹਰੀ ਅਸਾਂ ਨੇ ਤੈਨੂੰ ਅਗੰਮ ਹਰੀ ਦੀ ਪ੍ਰਾਪਤੀ ਵਾਲੇ ਬਚਨ ਸੁਣਾਉਣਾ ਕੀਤੇ ਹਨ। ਸੋ ਇਹ ਗੁਰਮੁਖ, ਤੂੰ ਇਹਨਾਂ ਬਚਨਾਂ ਦੁਆਰਾ ਅਗੰਮ ਹਰੀ ਦੀ ਪ੍ਰਾਪਤੀ ਕਰ ਲੈਣਾ ਕਰ। ਗੁਰ ਚੇਲੇ ਕੀ ਸੰਧ ਮਿਲਾਏ। ਅਸਲ ਗੁਰੂ ਉਹੀ ਹੈ ਜੋ ਆਪਣੇ ਚੇਲੇ ਦੀ ਪ੍ਰਭੂ ਦੇ ਨਾਲ ਮਿਲਣੀ ਕਰਾ ਦੇਵੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਜਿਨ੍ਹਾਂ ਦੀ ਅੰਧਲੇ ਤੇ ਸਿੱਖ ਵੀ ਅੰਧੇ ਕਰਮ ਕਰੇ ਹਨ। ਉਹ ਭਾਣੇ ਚੱਲਣ ਆਪਣਾ, ਨਿਤ ਝੂਠੋ ਝੂਠ ਬੋਲੇ ਹਨ। ਅੱਜ ਕੱਲ੍ਹ ਦੇ ਕਲਯੁਗੀ ਗੁਰੂਆਂ ਦੇ ਚੇਲੇ ਵੀ ਵੈਸੇ ਹੀ ਨੇ। ਭਗਤੀ ਕਰਨ ਨਹੀਂ ਜਾਂਦੇ, ਖੇ ਖਾਣ ਜਾਂਦੇ ਨੇ, ਕੁਕਰਮ ਕਰਨ ਜਾਂਦੇ ਨੇ, ਕਿਉਂਕਿ ਉੱਥੇ ਕੰਮ ਹੀ ਇਹ ਹੈ। ਤੋ ਜਿੰਨੇ ਬੁਰੇ ਕਰਮ ਨੇ ਮੈਨੂੰ ਮਾਫ ਕਰਨਾ, ਉਹ ਧਰਮ ਦੇ ਨਾਮ ਦੇ ਕੀਤੇ ਜਾਂਦੇ ਨੇ। ਧਰਮ ਦਾ ਮੁਖੌਟਾ ਪਾ ਕੇ ਫਿਰ ਕੋਈ ਸ਼ੱਕ ਨਹੀਂ ਕਰਦਾ। ਇਸ ਲਈ ਇਹ ਗੁਰੂ ਤੇ ਚੇਲੇ ਦੀ ਸੰਧੀ ਨਹੀਂ ਹੈ। ਗੁਰੂ ਉਹੀ ਹੈ ਜਿਹੜਾ ਆਪ ਮਿਲਿਆ ਹੋਵੇ। ਸੋ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗੋ ਤਰੰਗ, ਆਸ ਅਨਿਤ ਤਿਆਗੋ ਤਰੰਗ। ਸੰਤ ਜਨਾਂ ਕੀ ਤੋਰ ਮਨ ਮੰਗ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਗੁਰ ਕਾ ਸੁਨ ਉਪਦੇਸ਼। ਵਾਹਿਗੁਰੂ ਵੀ ਪੂਰਾ, ਤੇ ਪੂਰੇ ਵਾਹਿਗੁਰੂ ਨੇ ਪੂਰੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਿਆ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੀਏ, ਜੋ ਆਪ ਦੇ ਸਿੱਖ ਨੂੰ ਪ੍ਰਭੂ ਦੇ ਨਾਲ ਮਿਲਾ ਦਿੰਦੇ ਨੇ। ਅਸਲ ਗੁਰੂ ਉਹੀ ਹੈ ਜੋ ਆਪ ਦੇ ਚੇਲੇ ਦੀ ਪ੍ਰਭੂ ਦੇ ਨਾਲ ਸੰਧੀ ਕਰਾਏ, ਮਿਲਾਪ ਕਰਾਏ। ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੇ ਪ੍ਰਭੂ, ਹਰ ਦਰਗੇ ਕਾ ਬਸੀਠ। ਬਸੀਠ ਨਾਮ ਹੈ ਵਿਚੋਲੇ ਦਾ। ਜਿਵੇਂ ਪਤੀ ਤੇ ਸਤੀ ਦਾ ਮਿਲਾਪ ਵਿਚੋਲਾ ਕਰਾਉਂਦਾ ਹੈ, ਇੰਜ ਸਤਿਗੁਰੂ ਨਾਨਕ ਦੇਵ ਜੀ ਦਰਗਾਹ ਦਾ ਵਿਚੋਲਾ ਹੈ, ਜੋ ਜੀਵ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਦੇ ਵਿੱਚ ਸਹਾਇਕ ਹੁੰਦਾ ਹੈ। ਹਰ ਦਰਗੇ ਕਾ ਬਸੀਠ,
ਹਰ ਨਾਮੋ ਮੰਤਰ ਦ੍ਰਿੜਾਇੰਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪੋਇਆ ਸੰਜੋਗ। ਇਸੇ ਪ੍ਰਕਾਰ ਪ੍ਰਣਵਤ ਨਾਨਕ ਆਗਮ ਸੁਣਾਏ। ਬੇਨਤੀ ਪੂਰਵਕ ਸਤਿਗੁਰੂ ਜੀ ਗਮਤਾ ਤੋਂ ਰਹਿਤ ਹਰੀ ਦੇ ਜਸ ਨੂੰ ਸਰਵਣ ਕਰਾਉਂਦੇ ਹਨ। ਗੁਰ ਚੇਲੇ ਕੀ ਸੰਧ ਮਿਲਾਏ। ਗੁਰੂ ਪ੍ਰਬੁੱਧ ਚੇਤਨ ਤੇ ਚੇਲਾ ਅਪ੍ਰਬੁੱਧ ਚੇਤਨ, ਇਹਨਾਂ ਦੀ ਚੇਤਨ ਭਾਗ ਨਾਲ ਸੰਧੀ ਮੇਲਣਾ ਕਰੇ। ਅਥਵਾ ਇਸੇ ਤਰ੍ਹਾਂ ਗੁਰ ਚੇਲੇ ਕੀ ਸੰਧ ਮਿਲਾਏ। ਗੁਰੂ ਭਾਵ ਈਸ਼ਰ ਤੇ ਚੇਲਾ ਭਾਵ ਜੀਵ, ਅਰਥਾਤ ਈਸ਼ਰ ਦੀ ਸਰਬਗਤਾ ਤੇ ਜੀਵ ਦੀ ਅਲਪਗਤਾ ਮੇੜ ਕੇ ਦੋਨਾਂ ਦੀ ਚੇਤਨ ਭਾਗ ਨਾਲ ਸੰਧੀ ਮੇਲਣਾ ਕਰੇ। ਦੀਖਿਆ ਦਾਰੂ ਭੋਜਨ ਖਾਏ। ਗੁਰਾਂ ਦੀ ਸਿੱਖਿਆ ਰੂਪ ਸ਼ਰਾਬ ਜਾਂ ਔਸ਼ਧੀ ਲੈਣਾ ਕਰੇ ਤੇ ਬ੍ਰਹਮ ਗਿਆਨ ਰੂਪੀ ਭੋਜਨ ਖਾਣਾ ਕਰੇ। ਦਰਸ਼ਨ ਕੀ ਸੋਝੀ ਪਾਏ। ਤਦੋਂ ਉਪਰਖ ਛੇ ਸ਼ਾਸਤਰਾਂ ਦੇ ਸਿਧਾਂਤ ਦੀ ਗਿਆਤ ਨੂੰ ਪਾ ਲਵੇਗਾ। ਜਾਂ ਛੇ ਦਰਸ਼ਨ ਭਾਵ ਪੰਜ ਗਿਆਨ ਇੰਦਰੀਆਂ ਤੇ ਛੇਵੇਂ ਮਨ ਨੂੰ ਰੋਕਣ ਦੀ ਸੋਝੀ ਗੁਰਾਂ ਦੇ ਪਾਸੋਂ ਪਾ ਲਵੇਗਾ। ਜਾਂ ਪਾਤਸ਼ਾਹ ਜੀ ਫਰਮਾਉਂਦੇ ਹਨ, ਛੇ ਦਰਸ਼ਨ ਕੀ ਸੋਝੀ ਪਾਏ। ਪੰਜਾਂ ਤੱਤਾਂ ਵਿੱਚ ਛੇਵਾਂ ਚੇਤਨ ਵਿਆਪਕ ਹੈ, ਉਸ ਦੀ ਸੋਝੀ ਪਾ ਲਵੇਗਾ। ਇੱਥੇ ਸਾਧ ਸੰਗਤ ਜੀਓ ਲੜੀਵਾਰ ਕਥਾ ਨੂੰ ਆਪਾਂ ਵਿਸ਼ਰਾਮ ਦਿੰਦੇ ਹਾਂ, ਕਿਉਂਕਿ ਅੱਜ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ, ਜੋ ਸਤਿਗੁਰੂ ਜੀ ਮਹਾਰਾਜ ਨੇ ਫੱਗਣ ਦੇ ਮਹੀਨੇ ਦੁਆਰਾ ਸਾਨੂੰ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ, ਉਹ ਵੀ ਆਪਾਂ ਨੇ ਵਿਚਾਰਨੀ ਹੈ। ਸੋ ਆਓ ਲੜੀਵਾਰ ਕਥਾ ਦੀਆਂ ਅੰਤਲੀਆਂ ਦੋ ਪੰਕਤੀਆਂ ਸਰਵਣ ਕਰੋ ਤੇ ਫਤਿਹ ਬੁਲਾਓ ਜੀ। ਪ੍ਰਣਵਤ ਨਾਨਕ ਆਗਮ ਸੁਣਾਏ। ਗੁਰ ਚੇਲੇ ਕੀ ਸੰਧ ਮਿਲਾਏ। ਦੀਖਿਆ ਦਾਰੂ ਭੋਜਨ ਖਾਏ। ਛੇ ਦਰਸ਼ਨ ਕੀ ਸੋਝੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾ ਨਾਹੀ ਜਾਏ। ਇਛ ਭੂਮੀ ਵੱਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਬਿੰਦ ਆਲਾਈ। ਹਰ ਜਿਹਾਇ ਵਰਨਾ ਦਿਸਾਈ, ਕੋਈ ਦੂਜਾ ਲਵੈ ਨ ਲਾਇ। ਹਲਤ ਪਲਤ ਸਵਾਰਿਓਨ, ਨਿਹਚਲ ਦਿੱਤੀਆਂ ਨ ਜਾਇ। ਸੰਸਾਰ ਸਾਗਰ ਤੇ ਰਖਿਆ ਨ, ਬਹੁੜ ਨਾ ਜਨਮੈ ਧਾਇ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਣੀ ਪਾਇ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਜਿਵੇਂ
ਸੰਕ੍ਰਾਂਤੀ ਅੱਖਰ ਤੋਂ ਬਦਲ ਕੇ ਸੰਗਰਾਂਦ ਅੱਖਰ ਬਣਿਆ। ਸੰਗ ਭਲੀ ਪ੍ਰਕਾਰ ਕ੍ਰਾਂਤੀ, ਸੂਰਜ ਦੇ ਨਿਯਮਾਂ ਵਿੱਚ ਤਬਦੀਲੀ ਆਉਣ ਨੂੰ ਸੰਕਰਾਂਤ ਕਿਹਾ ਜਾਂਦਾ ਹੈ, ਪਰ ਹੁਣ ਸੰਗਰਾਂਦ ਬਣ ਗਿਆ। ਅਤੇ ਸਤਿਗੁਰੂ ਜੀ ਮਹਾਰਾਜ ਜੋ ਅੱਜ ਫੱਗਣ ਦਾ ਸ਼ੁਭ ਮਹੀਨਾ ਪ੍ਰਾਰੰਭ ਹੋਇਆ ਹੈ, ਫੱਗਣ ਦੇ ਮਹੀਨੇ ਦਾ ਨਾਮ ਵਰਤ ਕੇ ਸ਼ੁਭ ਭਾਵ ਨੂੰ ਉਪਦੇਸ਼ ਬਖਸ਼ਦੇ ਨੇ। ਫਲਗੁਣ ਆਨੰਦ ਉਪਾਰਜਨਾ, ਫੱਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਉਹਨਾਂ ਪੁਰਸ਼ਾਂ ਨੂੰ ਆਨੰਦ ਪੈਦਾ ਹੁੰਦਾ ਹੈ ਸੱਜਣ ਪ੍ਰਗਟਿਆ, ਜਿਨ੍ਹਾਂ ਨੂੰ ਹਰੀ ਸੱਜਣ ਆ ਕੇ ਪ੍ਰਗਟ ਹੁੰਦਾ ਹੈ। ਜੋ ਹਰੀ ਸਾਰਿਆਂ ਦਾ ਸੱਜਣ ਹੈ, ਜਿਹਨੂੰ ਸਭ ਦੇਸ਼ਾਂ ਪ੍ਰਦੇਸ਼ਾਂ ਫਿਰਕਿਆਂ ਦੇ ਲੋਕ ਆਪਣਾ ਮਿੱਤਰ ਸਮਝਦੇ ਕਿ ਸਾਡਾ ਸੱਜਣ ਪਿਆਰਾ ਹੈ। ਸੱਜਣ ਮਹਿਡਾ ਚਾਹੀਆ, ਹਬ ਕਹੀ ਦਾ ਮਿੱਤ, ਹਬੇ ਜਾਣਨ ਆਪਣਾ, ਕਹੀ ਨਾ ਠਾਹੇ ਚਿਤ। ਲੋੜੀਦੜਾ ਸਾਜਨ ਮੇਰਾ, ਘਰ ਘਰ ਮੰਗਲ ਗਾਵੋ ਨੀਕੇ, ਘਟ ਘਟ ਤਿਸੈ ਬਸੇਰਾ। ਸੱਜਣ ਸੱਚਾ ਪਾਤ ਸਾਹੋ, ਸਿਰ ਸਾਹੰਦ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇੜਾ ਮੇਰਾ ਸਾਜਨੜਾ, ਜੋ ਸਭ ਦਾ ਆਤਮਾ ਰੂਪ ਹੈ। ਜਤਰ ਤਤਰ ਦਿਸਾ ਵਿਸਾ, ਹੋਏ ਫੈਲਿਓ ਅਨੁਰਾਗ। ਜਦ ਚਿੱਤ ਵਾਹਿਗੁਰੂ ਨੂੰ ਚੇਤੇ ਕਰਨ 'ਚ ਸਮਾ ਜਾਂਦਾ ਤਾਂ ਹਿਰਦੇ ਵਿੱਚ ਵੀ ਉਹ ਦਿਸ ਪੈਂਦਾ। ਪੋਹ ਮਧ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੀ ਖੋਜੋ ਪਾਈ। ਸਹਾਈ ਰਾਮ ਕੇ, ਰਾਮ ਦੇ ਨਾਲ ਮਿਲਾਉਣ ਲਈ ਸੰਤ ਹੀ ਸਹਾਇਕ ਹਨ। ਕਰ ਕਿਰਪਾ ਦਿਆ ਮਿਲਾ, ਜਿਨ੍ਹਾਂ ਨੇ ਕਿਰਪਾ ਕਰਕੇ ਰਾਮ ਦੇ ਨਾਲ ਮਿਲਾ ਦਿੱਤਾ ਹੈ। ਰਾਮ ਨਾਲ ਮਿਲਣ ਦਾ ਮਤਲਬ ਕੀ ਹੈ? ਜਿੱਥੋਂ ਤੱਕ ਮੈਨੂੰ ਸਮਝ ਆਈ ਹੈ, ਆ ਜਿਹੜੀ ਗੁਰਬਾਣੀ ਦੀ ਕਥਾ ਹੈ, ਇਹ ਰਾਮ ਦੇ ਨਾਲ ਹੀ ਮਿਲਾਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਾਹੂ ਵਾਹੂ ਬਾਣੀ ਨਿਰੰਕਾਰ ਹੈ। ਜਿਹੜਾ ਸੰਤਾਂ ਨੇ ਸਾਨੂੰ ਪਾਠ ਸਿਖਾਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਿਠਾਲ ਦਿੱਤਾ, ਬਾਣੀ ਦੇ ਅਰਥ ਪੜ੍ਹਾ ਦਿੱਤੇ, ਬਾਣੀ ਨੂੰ ਸੋ ਸ਼ਬਦ ਕੀਰਤਨ ਰਾਹੀਂ ਗਾਇਨ ਕਰਨ ਦੀ ਜਾਚ ਸਿਖਾ ਦਿੱਤੀ। ਇਹੀ ਤਾਂ ਰਾਮ ਨਾਲ ਮਿਲਾਪ ਹੈ। ਕੀ ਸਮਝਿਆ? ਮੇਰੇ ਖਿਆਲ ਮੁਤਾਬਕ ਤਾਂ ਇਹੀ ਹੈ, ਕਿਉਂਕਿ ਮਰਨ ਤੋਂ ਬਾਅਦ ਤਾਂ ਆਪਾਂ ਵੇਖਿਆ ਨਹੀਂ ਹੈ ਵੀ ਬੰਦਾ ਕਿਵੇਂ ਮਿਲਦਾ। ਅਸਲ ਦੇ ਵਿੱਚ ਤਾਂ ਸੰਗਤ ਨੂੰ ਜਿਹੜਾ ਸੰਤ ਸ਼ਬਦ ਕੀਰਤਨ ਦੇ ਦੁਆਰਾ ਗੁਰੂ ਨਾਲ ਜੋੜਦੇ ਨੇ, ਅੰਮ੍ਰਿਤ ਛਕਾਉਂਦੇ ਨੇ, ਇਹੀ ਮਿਲਾਪ ਹੈ। ਸੋ ਇਹਦੇ ਵਿੱਚ ਉਹ ਸਹਾਇਤਾ ਕਰਦੇ ਨੇ। ਕਠੋਰ ਮਨ ਜਿਹੜਾ ਕਦੇ ਭਿੱਜਦਾ ਕਦੇ ਟਿਕਦਾ ਨਹੀਂ, ਉਹ ਸੰਤਾਂ ਦੀ ਸੰਗਤ 'ਚ ਆ ਕੇ ਸ਼ਬਦ ਦਾ ਅਭਿਆਸ ਕਰਨ ਨਾਲ ਟਿਕ ਜਾਂਦਾ। ਜਿਵੇਂ ਕਿਸੇ ਹਰਿਆ ਪਸ਼ੂ ਨੂੰ ਰੋਕਣ ਲਈ ਦੌੜ ਕੇ ਮੋੜ ਲਈਦਾ, ਕਿ ਉਹ ਸੰਗਤ ਡੰਡਾ ਵੀ ਫੜਦੀ ਹੈ, ਸਹਾਇਤਾ ਕਰਕੇ ਮੋੜ ਲੈਂਦੀ ਹੈ। ਸੰਗਤ 'ਚ ਸਿਮਰਨ ਕਰਨ ਦਾ ਫਲ 1000 ਗੁਣਾ ਵੱਧ ਦੱਸਿਆ। ਇਕੱਲੇ ਬੈਠਿਆਂ ਦਾ ਆਪਣੇ ਮਨ ਦਾ ਹੀ ਅਸਰ ਪਿਆ ਰਹਿੰਦਾ, ਜਾਂ ਸਪੀਕਰ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ, ਵਾਹਿਗੁਰੂ ਨਾਲ ਮਿਲਾਉਣ ਦੇ ਵਿੱਚ ਮਦਦ ਹੁੰਦੀ ਹੈ। ਜਿਵੇਂ ਮੱਖੀਆਂ ਜ਼ਹਿਰੀਲੇ ਸੁਭਾਅ ਵਾਲੀਆਂ ਹੁੰਦੀਆਂ, ਡੰਗ ਮਾਰ ਕੇ ਮਾਸ ਸੁਜਾ ਦਿੰਦੀਆਂ, ਪਰ ਸਭ ਮਿਲ ਕੇ ਫੁੱਲਾਂ 'ਚੋਂ ਸੁਗੰਧੀ ਲੈ ਕੇ ਸ਼ਹਿਦ ਪੈਦਾ ਕਰ ਲੈਂਦੀਆਂ। ਸਤ ਸੰਗਤ ਐਸੀ ਹੈ ਜਿਹਦੇ ਵਿੱਚ ਮਿਲਣ ਕਰਕੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਭਾਵੇਂ ਪੜ੍ਹਿਆ ਤੇ ਭਾਵੇਂ ਅਨਪੜ੍ਹ ਹੈ, ਭਾਵੇਂ ਉੱਚਾ ਤੇ ਭਾਵੇਂ ਨੀਵਾਂ, ਸਭ ਇਕੱਠੇ ਬੈਠ ਕੇ ਕੀਰਤਨ ਗਾਉਂਦੇ, ਗੁਰੂ ਸ਼ਬਦ ਨਾਲ ਮਿਲ ਕੇ ਉਹ ਸ਼ਹਿਦ ਇਕੱਠਾ ਕਰਨ ਦੀ ਤਰ੍ਹਾਂ ਚੰਗੇ ਖਿਆਲ ਇਕੱਠੇ ਕਰਦੇ ਨੇ। ਜਿਨ੍ਹਾਂ ਨੂੰ ਪਰਮੇਸ਼ਰ ਵਿਸਰਦਾ ਨਹੀਂ, ਉਹ ਅਰਬ ਦੇਸ਼ਾਂ ਦੀਆਂ ਪੱਕੀਆਂ ਖਜੂਰਾਂ ਦੀ ਤਰ੍ਹਾਂ ਨੇ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਹੀਂ ਵਹਨ, ਜੋ ਜੋ ਵੰਜਾ ਡੀਹੜਾ, ਸੋ ਉਮਰ ਹੱਥ ਪਵਨ। ਜਿਨ੍ਹਾਂ ਦੀ ਕਚਿਆਈ ਨਿਕਲ ਚੁੱਕੀ ਹੈ, ਐਸੇ ਪੱਕੇ ਜੀਵਨ ਵਾਲੇ ਸੰਤ ਭਗਤ ਜਦ ਕੀਰਤਨ ਗਾਉਂਦੇ ਨੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆ ਮਾਂ,
ਤਾਂ ਰਸ ਦੀਆਂ ਨਦੀਆਂ ਵਗ ਪੈਂਦੀਆਂ। ਬਾਣੀ ਉਚਰੈ ਸਾਧ ਜਨ, ਅੰਮਿਓ ਚੱਲੇ ਝਰਨੇ। ਇਉਂ ਮਨ ਜੋੜਨ 'ਚ ਸੰਤ ਸਹਾਇਕ ਨੇ। ਆ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਦਾ ਕੀਰਤਨ ਮੈਂ ਇੱਕੋ ਵਾਰੀ ਸੁਣਿਆ ਸੀ, ਅੰਮ੍ਰਿਤਸਰ ਜ਼ਿਲ੍ਹੇ ਛੇਹਰਟਾ ਸਾਹਿਬ ਦੇ ਨਜ਼ਦੀਕ। ਤੋਂ ਬੜੇ ਬਜਟ ਦੇ ਵਿੱਚ ਸਾਰੇ ਪੂਰੇ ਜ਼ੋਰ ਨਾਲ ਚਿਹਰਾ ਲਾਲ ਸੁਰਖ ਹੋ ਜਾਂਦਾ। ਤੇ ਵੇਖੋ ਕਿੰਨੀ ਸੰਗਤ ਜੋੜੀ ਹੈ। ਜਿਵੇਂ ਵੱਡਾ ਭਾਈ ਛੋਟੇ ਭਾਈ ਨੂੰ ਉਪਦੇਸ਼ ਦੇ ਕੇ ਆਪਣੇ ਵਰਗਾ ਕਰ ਲੈਂਦਾ, ਇੰਜ ਸੰਗਤ 'ਚ ਭਾਵੇਂ ਕੋਈ ਸੰਤ ਹੈ ਤੇ ਭਾਵੇਂ ਕੋਈ ਸੇਵਕ ਹੈ, ਇੱਕੋ ਜਿਹੇ ਨੇ, ਕੋਈ ਵੱਡਾ ਛੋਟਾ ਨਹੀਂ। ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਹਨ। ਇੱਕ ਦੂਜੇ ਨਾਲ ਮਿਲ ਕੇ ਮਦਦ ਦੇ ਨਾਲ ਤੋ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੇਜ ਸੁਹਾਵੀ ਸਰਬ ਸੁਖ, ਰਾਮ ਨਾਲ ਮਿਲਣ ਕਰਕੇ ਅੰਤਿਕਰਨ ਉਪਸੇਜਾ ਸੋਭਨੀਕ ਹੋਈ ਹੈ ਤੇ ਸਾਰੇ ਸੁਖ ਪ੍ਰਾਪਤ ਹੋਏ ਹਨ। ਹੁਣ ਦੁੱਖਾ ਨਾਹੀ ਜਾਏ, ਜਿਸ ਕਰਕੇ ਹੁਣ ਦੁੱਖਾਂ ਦੀ ਕੋਈ ਜਗ੍ਹਾ ਹੀ ਨਹੀਂ ਰਹੀ। ਜਿਵੇਂ ਆਪਣੇ ਪਤੀ ਤੋਂ ਵਿਛੜੀ ਹੋਈ ਕਿਸੇ ਰਾਣੀ ਨੂੰ ਉਹਦਾ ਰਾਜਾ ਪਤੀ ਪ੍ਰਾਪਤ ਹੋ ਜਾਏ, ਉਹਨੂੰ ਅਤਿਅੰਤ ਆਨੰਦ ਪ੍ਰਾਪਤ ਹੁੰਦਾ। ਇਉਂ ਪਰਮੇਸ਼ਰ ਤਾਂ ਹੈ ਰਾਜਾ, ਸੁਰਤ ਹੈ ਸਾਡੀ ਰਾਣੀ, ਇੰਦਰੀਆਂ ਨੇ ਗੋਲੀਆਂ, ਲਿਵ ਜੋੜਨ ਕਰਕੇ ਪਰਮੇਸ਼ਰ ਦੀ ਅਭੇਦਤਾ ਦਾ ਸੁੱਖ ਪ੍ਰਾਪਤ ਹੁੰਦਾ। ਮਨ ਬੁੱਧ ਚਿਤ ਅਹੰਕਾਰ ਰੂਪ ਭਾਵੇ ਨੇ। ਅੰਤਿਕਰਨ ਦੀਆਂ ਚਾਰ ਬਿਰਤੀਆਂ ਨੂੰ ਬਾਹੀਆਂ ਤੇ ਸੇਰੋ। ਪ੍ਰੇਮ ਦਾ ਵਾਲ, ਤੁਲਤਾ ਦੀ ਤਲਾਈ, ਸਮਤਾ ਦੀ ਵਿਛਾਈ, ਸ਼ੁਭ ਗੁਣਾ ਰੂਪ ਤੋਤੇ ਲਟਕੇ, ਵਿਸ਼ਿਆਂ ਦਾ ਤਿਆਗ ਰੂਪ ਫੁੱਲ, ਪਰਮੇਸ਼ਰ ਦੇ ਭਾਣੇ 'ਚ ਰਹਿਣ ਰੂਪ ਰਜਾਈ, ਹੰਕਾਰ ਦੀ ਨਿਵਰਤੀ ਰੂਪ ਸਰਾਣਾ, ਜੋ ਬ੍ਰਹਮੰਡ ਨੂੰ ਪ੍ਰਕਾਸ਼ ਰਿਹਾ, ਸਾਰੀ ਕਿਰਿਆ ਜਿਸ ਕਰਕੇ ਹੋ ਰਹੀ ਤੇ ਜੋ ਸਭ ਨੂੰ ਦੇਖ ਰਿਹਾ, ਉਹਦੇ ਸਾਹਮਣੇ ਬਿਰਤੀ ਕਰੀਏ ਤਾਂ ਹਿਰਦੇ ਰੂਪ ਸੀਜਾ ਤੇ ਸਾਰੇ ਸੁੱਖ ਆਣ ਕੇ ਪ੍ਰਗਟ ਹੋ ਜਾਂਦੇ। ਫਿਰ ਦੁੱਖਾਂ ਵਾਸਤੇ ਕੋਈ ਥਾਂ ਨਹੀਂ ਰਹਿੰਦੇ। ਦੁੱਖ ਨਾਹੀ ਸਭ ਸੁਖੀ ਹੈ ਰੇ, ਇੱਕ ਹੈ ਕੀ ਨਿਤ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਜਿਵੇਂ ਭਾਈ ਮਣੀ ਸਿੰਘ ਦਾ ਬੰਦ ਕੱਟਿਆ ਜਾ ਰਿਹਾ ਹੈ, ਪਰ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਤੁਕ ਪੜਨ ਤੱਕ ਸਰੀਰ ਭਾਵੇਂ ਟੋਟੇ ਹੋ ਗਿਆ, ਪਰ ਰੱਤੀ ਪਰ ਵੀ ਦੁੱਖ ਨਹੀਂ ਮੰਨਿਆ। ਸਗੋਂ ਚੜ੍ਹਦੀ ਕਲਾ ਸਹਿਤ ਖਿੜੇ ਮੱਥੇ ਆਪਦਾ ਬੰਦ ਕਟਵਾਇਆ ਸੀ। ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਤਾਰੂ ਸਿੰਘ ਜੀ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਸਹਿਤ ਰਹੇ ਹਨ। ਤੁਮੀ ਵੱਡ ਭਾਗਣੀ, ਉਸ ਵਡਭਾਗਣੀ ਦੀ ਇੱਛਾ ਪੂਰੀ ਹੋਈ ਹੈ। ਵਰ ਪਾਇਆ ਹਰ ਰਾਜ, ਜਿਸ ਨੇ ਰਾਜਾ ਰੂਪੀ ਪਤੀ ਨੂੰ ਪ੍ਰਾਪਤ ਕਰ ਲਿਆ। ਮਿਲ ਸਹੀਆ ਮੰਗਲ ਗਾਵਹੀ, ਇੰਦਰੀਆਂ ਰੂਪ ਸਖੀਆਂ ਮਿਲ ਕੇ ਪ੍ਰਭੂ ਦੇ ਮੰਗਲਾਂ ਨੂੰ ਗਾਉਂਦੀਆਂ ਹਨ। ਗੀਤ ਗੋਵਿੰਦ ਅਲਾ, ਅਤੇ ਗੋਬਿੰਦ ਦੇ ਜਸ ਨੂੰ ਕਥਨ ਕਰਦੀਆਂ ਨੇ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹਰ ਜਿਹਾ ਅਵਰ ਨਾ ਦਿਸਾਈ, ਹਰੀ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ ਹੈ। ਕੋਈ ਦੂਜਾ ਲਵੈ ਨਾ ਲਾਇ, ਕਿਸੇ ਹੋਰ ਦੂਜੇ ਨੂੰ ਉਸ ਦੇ ਬਰਾਬਰ ਦਾ ਉਹ ਨਹੀਂ ਸਮਝਦੇ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਬਲਤ ਬਲਤ ਸਵਾਰਿਓ, ਉਸ ਪ੍ਰਭੂ ਨੇ ਗੁਰਮੁਖਾਂ ਦਾ ਲੋਕ ਪਰਲੋਕ ਸਵਾਰ ਦਿੱਤਾ ਹੈ। ਨੇ ਚੱਲ ਦਿੱਤੀਆਂ ਜਾ, ਹਰ ਸੱਚਖੰਡ ਸਰੂਪ ਰੂਪੀ ਨਿਸ਼ਚਲ ਜਗ੍ਹਾ ਬਖਸ਼ ਦਿੱਤੀ ਹੈ। ਦੋਵੇਂ ਥਾਵ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਜਿਵੇਂ ਦੁਰਗਾ ਦਾਸ ਪੰਡਤ ਨੂੰ ਸਤਿਗੁਰੂ ਜੀ ਨੇ ਇਹ ਲੋਕ ਦਾ ਸੁੱਖ ਮਾਇਆ ਤੇ ਪਰਲੋਕ ਦਾ ਸੁੱਖ ਨਾਮ ਦੋਵੇਂ ਹੀ ਬਖਸ਼ ਦਿੱਤੇ। ਧੰਨ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਈ, ਜਿਨ੍ਹਾਂ ਸਤਿਗੁਰਾਂ ਦੇ ਚਰਨਾਂ 'ਚ ਪਦਮ ਦਾ ਨਿਸ਼ਾਨ ਵੇਖਿਆ ਸੀ। ਸੰਸਾਰ ਸਾਗਰ ਤੇ ਰੱਖਿਆ ਨਾ, ਸੰਸਾਰ ਇੱਕ ਸਮੁੰਦਰ ਹੈ, ਇਹਦੇ ਤੋਂ ਬਚਾ ਰੱਖਿਆ ਹੈ ਆਪਦੇ ਸੇਵਕਾਂ ਨੂੰ, ਸਿੱਖਾਂ ਨੂੰ। ਬਹੁੜ ਨਾ ਜਨਮੈ ਧਾਇ, ਮੁੜ ਕੇ ਜੰਮਣ ਦੇ ਮਰਨ ਦੇ ਵਿੱਚ ਦੌੜਦੇ ਨਹੀਂ ਹਨ। ਜਿਵੇਂ ਪ੍ਰਤੱਖ ਸਰੋਵਰ 'ਚ ਮਹਾਰਾਜ ਨੇ ਪੁਲ ਬਣਾ ਕੇ ਹਰਿਮੰਦਰ ਸਾਹਿਬ ਪਹੁੰਚਾਇਆ, ਨਾ ਕੋਈ ਬੇੜੀ ਦਾ ਖਰਚਾ, ਨਾ ਕੋਈ ਤੈਰਨ ਦੀ ਖੇਚਲ, ਪੁਲ ਹੀ ਬਣਾਤਾ। ਇਉਂ ਸੰਸਾਰ ਸਮੁੰਦਰ ਦੇ ਉੱਪਰ ਦੀ
ਨਾਮ ਦਾ ਪੁਲ ਬਣਾਇਆ ਹੈ। ਮੁੜ ਕੇ ਜਨਮਾਤਰਾ ਵਿੱਚ ਜਮਨ ਮਨ ਵਿੱਚ ਨਹੀਂ ਦੌੜਦੇ ਹਾਂ। ਜੀਵਾ ਏਕ ਸਾਡੀ ਜ਼ੁਬਾਨ ਇੱਕ ਹੈ। ਅਨੇਕ ਗੁਣ ਪਰਮਾਤਮਾ ਦੇ ਗੁਣ ਅਨੇਕਾਂ ਹੀ ਹਨ ਤੇ ਟਾਈਮ ਵੀ ਥੋੜਾ ਹੈ। ਤਰੇ ਨਾਨਕ ਚਰਣੀ ਪਾਈ। ਇੱਕ ਜ਼ੁਬਾਨ ਦੇ ਨਾਲ ਥੋੜੇ ਸਮੇਂ ਵਿੱਚ ਅਨੇਕਾਂ ਗੁਣ ਵਾਹਿਗੁਰੂ ਦੇ ਵਰਣਨ ਨਹੀਂ ਕੀਤੇ ਜਾ ਸਕਦੇ। ਸੋ ਜਿਹੜੇ ਪੁਰਸ਼ ਉਹਦੇ ਚਰਨੀ ਪਏ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਫਲ ਗੁਣ ਨਿਤ ਸਲਾਹੀਐ। ਫਗਣ ਦੁਆਰਾ ਕਥਨ ਕਰਦੇ ਨੇ ਕਿ ਉਸ ਪਰਮਾਤਮਾ ਨੂੰ ਹਮੇਸ਼ਾ ਹੀ ਸਲਾਹੁਣਾ ਕਰੋ। ਜਿਸਨੂੰ ਤਿਲ ਨਾ ਤਮਾਈ। ਜਿਸ ਵਾਹਿਗੁਰੂ ਨੂੰ ਤਿਲ ਜਿੰਨੀ ਵੀ ਤਮਾ ਨਹੀਂ, ਖਾਹਿਸ਼ ਨਹੀਂ, ਤਮੋ ਗੁਣ ਨਹੀਂ, ਤਿਲ ਮਾਤਰ ਵੀ ਆਪਣੀ ਵਡਿਆਈ ਕਰਾਉਣ ਦੀ ਜਿਸ ਪਰਮਾਤਮਾ ਨੂੰ ਇੱਛਾ ਨਹੀਂ ਹੈ। ਜਿਨ ਜਿਨ ਨਾਮ ਤੇ ਆਇਆ। ਇੱਥੇ ਤੱਕ ਤਾਂ ਮਹੀਨਿਆਂ ਦੀ ਸਮਾਪਤੀ ਹੋਈ ਹੈ 12 ਮਹੀਨਿਆਂ ਦੁਆਰਾ ਉਪਦੇਸ਼ ਦੇ ਕੇ, ਤੇ ਆਖਰੀ ਪੌੜੀ ਵਿੱਚ ਨਾਮ ਦਾ ਫਲ, ਨਾਮ ਜਪਣ ਦਾ ਗੁਣ ਦੱਸਦੇ ਕਿ ਜਿਨ੍ਹਾਂ ਵੀ ਵਾਹਿਗੁਰੂ ਨਾਮ ਨੂੰ ਧਿਆਇਆ ਤਿਨ ਕੇ ਕਾਜ ਸਾਰੇ। ਤਿਨਾਂ ਦੇ ਸਾਰੇ ਕੰਮ ਪੂਰੇ ਹੋ ਗਏ ਨੇ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ RAM। ਹਰ ਗੁਰ ਪੂਰਾ ਆਰਾਧਿਆ। ਜਿਨ੍ਹਾਂ ਨੇ ਪੂਰੇ ਗੁਰੂ ਦੁਆਰਾ ਹਰੀ ਦੇ ਨਾਮ ਦਾ ਆਰਾਧਨ ਕੀਤਾ ਹੈ। ਦਰਗਾਹ ਸੱਚ ਖਰੀ। ਉਹ ਪ੍ਰਭੂ ਦੀ ਸੱਚੀ ਦਰਗਾਹ ਵਿੱਚ ਚੰਗੇ ਸਚਿਆਰ ਹੋਏ ਹਨ। ਸਰਬ ਸੁਖਾ ਨਿਦ ਚਰਨ ਹਰ। ਅਕਾਲ ਪੁਰਖ ਦੇ ਨਾਮ ਬਾਣੀ ਰੂਪ ਚਰਨ, ਨਿਰਗੁਣ ਸਰੂਪ ਦੀ ਅਧਿਸ਼ਠਾਨ ਰੂਪ ਚਰਨ, ਸਰਗੁਣ ਸਰੂਪ ਦੇ ਪ੍ਰਤੱਖ ਚਰਨ ਜੋ ਸਾਰੇ ਸੁੱਖਾਂ ਦਾ ਖਜ਼ਾਨਾ ਹਨ। ਆਉ ਜਲ ਵਿਖਮ ਤਾਰੇ। ਉਹਨਾਂ ਚਰਨਾਂ ਦਾ ਧਿਆਨ ਧਾਰ ਕੇ ਗੁਰਮੁਖ ਕਠਿਨ ਸੰਸਾਰ ਸਮੁੰਦਰ ਤੋਂ ਸੌਖਾ ਹੀ ਤਾਰ ਗਏ। ਪਾਰ ਪਵੰਦੜੇ ਡਿਠ ਮੈਂ ਸਤਿਗੁਰੂ ਬੋਹਿਤ ਚਾੜ। ਪ੍ਰੇਮ ਭਗਤ ਤਿਨ ਪਾਈਆ। ਤਿੰਨਾਂ ਨੇ ਪ੍ਰੇਮਾ ਭਗਤੀ ਕਰਨੀ ਪਾ ਲਈ ਹੈ, ਜਾਂ ਪ੍ਰੇਮਾ ਭਗਤੀ ਕਰਨ ਕਰਕੇ ਤਿੰਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਕਹੋ ਕਬੀਰ ਭਗਤ ਕਰ ਪਾਇਆ। ਇਹ ਬਿਦ ਸੁਣ ਕੇ ਜੱਟ ਰੂਠ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਮੜ ਭਾਗਾ। ਆਪਾਂ ਸੋਚਦੇ ਵੀ ਸ਼ਾਇਦ ਬਾਬੇ ਵਿਹਲੇ ਰਹਿੰਦੇ ਨੇ। ਸਾਡੀ ਦਿਹਾੜੀ ਤਾਂ 8 ਵਜੇ ਤੋਂ ਬਾਅਦ ਸ਼ੁਰੂ ਹੋਣੀ ਹੈ ਅਜੇ, ਪਰ ਬਾਬਿਆਂ ਦੀ ਦਿਹਾੜੀ 8 ਵਜੇ ਮੁੱਕ ਵੀ ਜਾਂਦੀ ਹੈ। ਤੇ ਇਸ ਵਾਸਤੇ ਇਹ ਭਗਤੀ ਕਰਨੀ ਦਿਖਦੀ ਨਹੀਂ ਭਾਵੇਂ ਕਿਸੇ ਨੂੰ, ਤੇ ਪਰ ਹੈ ਬੜੀ ਕਠਿਨ ਗੱਲ। ਮਹਾਰਾਜ ਨੇ ਆਖਿਆ ਆਖਣ ਔਖਾ ਸਾਚਾ ਨਾਮ ਵਿਖਿਆ ਨਾਹਿ ਜਰੇ। ਫਿਰ ਆਪਣੇ ਆਪ ਨੂੰ ਅੱਗ ਤੋਂ ਬਚਾ ਕੇ ਰੱਖਣਾ। ਉਹ ਵਿਸ਼ਿਆਂ ਦੀ ਅੱਗ ਵਿੱਚ ਨਹੀਂ ਸੜਦੇ, ਜ਼ਹਿਰ ਰੂਪ ਮਾਇਆ 'ਚ ਜਕੜੇ ਨਹੀਂ ਜਾਂਦੇ। ਉੜ ਗਏ ਦੁਬਿਧਾ ਨਸੀ। ਆਪਾਂ ਝੂਠ ਤੋਂ ਬਗੈਰ ਦੁਕਾਨ ਚਲਾ ਹੀ ਨਹੀਂ ਸਕਦੇ, ਤੇ ਝੂਠ ਦੇ ਨਾਲ ਹੀ ਸਾਰਾ ਕੁਝ ਹੁੰਦਾ। ਇੱਕ ਨੌਕਰੀ ਵਾਲਾ ਬੰਦਾ ਨਹੀਂ ਬੋਲੇਗਾ ਅਫਸਰਾਂ ਨੂੰ, ਫਿਰ ਖਵਾਊਗਾ ਕਿਵੇਂ? ਅਗਲੇ ਕੱਢ ਕੇ ਉਹ ਮਾਰਨਗੇ ਜਾਂ ਬਦਲੀ ਕਰ ਦੇਣਗੇ। ਤੇ ਇਸ ਲਈ ਕੰਮ ਹੀ ਝੂਠ ਦਾ ਹੈ। ਪਰ ਜਿਹੜੇ ਸੰਤ ਨੇ, ਗੁਰੂ ਦੇ ਪਿਆਰੇ ਨੇ, ਉਹ ਝੂਠ ਤਾਂ ਬਿਲਕੁਲ ਹੀ ਨਹੀਂ ਬੋਲਦੇ। ਉਹਨਾਂ ਝੂਠ ਬੋਲਣਾ ਤਾਂ ਛੱਡ ਹੀ ਦਿੱਤਾ। ਝੂਠੇ ਸੰਕਲਪ ਉਹਨਾਂ ਦੀ ਮਿਟ ਗਏ, ਦਵੈਤ ਵੀ ਨਸ ਗਈ ਹੈ। ਇਸ ਲਈ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਇਹ ਰਸਤਾ ਵੇਖਣ ਨੂੰ ਤਾਂ ਵਿਹਲਾ, ਪਰ ਹੈ ਬੜਾ ਔਖਾ। ਪੂਰਨ ਸੱਚ ਪਰੇ। ਸ਼ੁਭ ਗੁਣਾਂ ਨਾਲ ਪੂਰਨ ਹੋ ਕੇ ਸੱਚ ਨਾਮ ਰੂਪ ਅੰਮ੍ਰਿਤ ਨਾਲ ਮਨ ਆਦਿ ਕੇਂਦਰੀ ਉਹਨਾਂ ਦੇ ਭਰ ਗਏ ਹਨ। ਪਾਰ ਬ੍ਰਹਮ ਪ੍ਰਭ ਸੇਵਦੇ। ਉਹਨਾਂ ਪਾਪਾਂ ਤੋਂ ਪਰੇ, ਪ੍ਰਕਿਰਤੀ ਦੇ ਪਾਰਾਪਾਰ ਤੋਂ ਪਰੇ ਵਿਆਪਕ ਸਰੂਪ ਪਰਮੇਸ਼ਰ ਨੂੰ ਸਮਰੱਥ ਜਾਣ ਕੇ ਉਹਦਾ ਹਰ ਵੇਲੇ ਸੇਵਨ ਕਰਦੇ ਰਹਿੰਦੇ ਨੇ। ਮਨ ਅੰਦਰ ਏਕ ਧਰੇ। ਕਿਸੇ ਦੇਵੀ ਦੇਵਤੇ ਤੇ ਨਿਗਾਹ ਨਹੀਂ ਰੱਖਦੇ, ਮਨ ਅੰਦਰ ਵੀ ਇੱਕ ਪਰਮੇਸ਼ਰ ਦਾ ਹੀ ਧਿਆਨ ਧਰਦੇ ਨੇ। ਧਰ ਜੀਰੇ ਕਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈ ਹੈ।
ਕਾਰਜ ਆਵੇ ਰਾਸ। ਮਾਹ ਦਿਵਸ ਮੂਰਤ ਭਲੇ। ਉਹਨਾਂ ਦੇ 12 ਮਹੀਨੇ 30 ਦੇ 30 ਜਾਂ 31 ਦਿਨ ਤੇ ਸਾਰੀਆਂ ਘੜੀਆਂ ਤੇ ਇਉਂ ਮੂਰਤ 2 ਘੜੀਆਂ ਦਾ ਸਮਾਂ ਚੰਗਾ ਭਾਵ ਸਫਲਾ ਹੈ। ਜਿਸ ਕਾ ਨਦਰ ਕਰੇ। ਜਿਸ ਦੇ ਉੱਪਰ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਕਿਰਪਾ ਭਰੀ ਨਿਗਾਹ ਪਾਉਂਦਾ ਹੈ। ਨਾਨਕ ਮੰਗੈ ਦਰਸ ਦਾਨ। ਇੱਕ ਅੰਤਰੀ ਵਰਤ ਵੀ ਸੁਣੋ ਜੀ। ਮਾਹ ਦਿਵਸ ਮੂਰਤ ਭਲੇ। 12 ਮਹੀਨਿਆਂ ਦੀ ਤਰ੍ਹਾਂ 5 ਗਿਆਨ ਇੰਦਰੀਏ, 5 ਕਰਮ ਇੰਦਰੀਏ ਹੋ ਗਏ 10, ਮਨ ਤੇ ਬੁੱਧ 12। ਇਹ ਜਿਨ੍ਹਾਂ ਦੇ ਵਿਸ਼ਿਆਂ ਤੋਂ ਰਹਿਤ ਹੋ ਗਏ ਤੇ ਮਨੁੱਖਾ ਜਨਮ ਦੀ ਪ੍ਰਾਪਤੀ ਰੂਪ ਸ਼ੁਭ ਰੁੱਤ ਜਿਹਨੂੰ ਪ੍ਰਾਪਤ ਹੋ ਗਈ ਹੈ। ਨਦਰ ਕਰੇ। ਜਿਹਦੇ ਤੇ ਮਾਰੇ ਕਿਰਪਾ ਦ੍ਰਿਸ਼ਟੀ ਕਰਦਾ ਤੇ ਉਹਨਾਂ ਦੇ ਥਿਤਵਾਰ ਦਾ ਗਿਆਨ ਦੱਸਣ ਵਾਲੇ ਜੋਸ਼ੀ ਜੋਗੀਆਂ ਦੇ 12 ਪੰਥ, 6 ਦਰਸ਼ਨ, 7 ਵਾਰ ਸੱਚੇ ਰਸਤੇ ਤੇ ਚੱਲਣ ਵਾਲਿਆਂ ਦੇ ਸਾਰੇ ਸੋਭਨੀਕ ਹਨ। ਨਾਨਕ ਮੰਗੈ ਦਰਸ ਦਾਨ। ਸਤਿਗੁਰੂ ਮਹਾਰਾਜ ਪੰਜਵੇਂ ਸਰੂਪ ਸਤਿਗੁਰੂ ਅਰਜਨ ਦੇਵ ਫਰਮਾਉਂਦੇ ਕਿ ਅਸੀਂ ਤਾਂ ਇਹ ਵਾਹਿਗੁਰੂ ਆਪ ਜੀ ਦੇ ਦਰਸ਼ਨਾਂ ਦਾ ਦਾਨ ਹੀ ਮੰਗਦੇ ਹਾਂ। ਕਿਰਪਾ ਕਰਹੁ ਹਰੇ। ਇਹ ਹਰੀ ਕਿਰਪਾ ਕਰਕੇ ਸਾਨੂੰ ਦਰਸ਼ਨ ਬਖਸ਼ੋ ਜੀ। ਮਹੀਨੇ ਦੇ 30 ਦਿਨਾਂ ਦੇ ਵਿੱਚ ਸਾਨੂੰ ਰੋਜ਼ ਅੰਮ੍ਰਿਤ ਵੇਲੇ ਆਪ ਦੇ ਦਰਸ਼ਨ ਹੋ ਜਾਇਆ ਕਰਨ। ਬਸ ਇਹੀ ਦਾਤ ਆਪ ਦੇ ਚਰਨਾਂ ਵਿੱਚੋਂ ਅਸੀਂ ਆ ਕੇ ਮੰਗਦੇ ਹਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਮੋ ਅਨੰਦਨ ਨੀਤ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਸਗਲ ਗੁਨਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇੱਕ ਦੀਨਾ। ਦੇਹੋ ਦਰਸ਼ਨ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਆਸ ਪਿਆਸੀ ਫਿਰਕੈ ਤਾਈ, ਜਿਉ ਚਾਤਰਕ ਬੁੰਦੇ ਰੇ। ਕਹੋ ਨਾਨਕ ਜੀੜਾ ਬਲਿਹਾਰੀ, ਦੇਹੋ ਦਰਸ ਪ੍ਰਭ ਮੇਰੇ। ਦਰਮਨ ਦੇ ਠੰਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਵਾਰ, ਬਹੁਤ ਜਨਮ ਬਿਸਰੇ ਥੇ ਮਾਧੋ। ਇਹੋ ਜਨਮ ਤੁਮਾਰੀ ਲੇਖੇ, ਕਹਿ ਰਵਿਦਾਸ ਆਸ ਲਗ ਜੀਮੋ। ਚਿਰ ਭਇਓ ਦਰਸ਼ਨ ਦੇਖੇ। ਮਾਹ ਦਿਵਸ ਮੂਰਤ ਭਲੇ। ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ। ਕਿਰਪਾ ਕਰੋ ਹਰੇ। ਭੁੱਲ ਚੁੱਕ ਮਾਫ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਦੂਤ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ। ਸਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੈ। ਸਦਾ ਸਿਵਤ ਸਲਾਹ ਤੇਰੀ ਨਾਮ। ਸਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਧ ਸੁਖ ਮਨ